ਸਤਨਾਮ ਵਾਹਿਗੁਰੂ ਸਾਹਿਬ ਜੀ। ਜਿਸਨੂੰ ਤੂੰ ਰਖਵਾਲਾ ਮਾਰੇ ਤਿਸ ਕੌਣ, ਜਿਸਨੂੰ ਤੂੰ ਰਖਵਾਲਾ ਦਿੱਤਾ ਤਿਨੈ ਪਹਿਣ। ਜਿਸਨੂੰ ਤੇਰਾ ਅੰਗ ਤਿਸ ਮੁਖ ਉਜਲਾ, ਜਿਸਨੂੰ ਤੇਰਾ ਅੰਗ ਸੋ ਨਿਰਮਲੀ ਹੂੰ ਨਿਰਮਲਾ। ਜਿਸਨੂੰ ਤੇਰੀ ਨਦਰ ਨਾ ਲੇਖਾ ਪੁੱਛੀਐ, ਜਿਸਨੂੰ ਤੇਰੀ ਖੁਸ਼ੀ ਤਿਨ ਨੌ ਨਿਦ ਪੁੰਚੀਐ। ਜਿਸਨੂੰ ਤੂੰ ਪ੍ਰਭ ਵੱਲ ਤਿਸ ਕਿਆ ਮੋਹ ਛੰਦਗੀ, ਜਿਸਨੂੰ ਤੇਰੀ ਮਿਹਰ ਸੋ ਤੇਰੀ ਬੰਦਗੀ। ਤੂੰ ਮੇਰਾ ਪਿਤਾ, ਤੂੰ ਹੈ ਮੇਰਾ ਮਾਤਾ, ਤੂੰ ਮੇਰਾ ਬੰਦਪ, ਤੂੰ ਮੇਰਾ ਭਰਾਤਾ, ਤੂੰ ਮੇਰਾ ਰਾਖਾ ਸਭਨੀ ਥਾਈ। ਤਾਪੋ ਕਿਹਾ ਕਾੜਾ ਦਿਓ, ਬੇਸੁਮਾਰ ਅਥਾਹ ਅਗਨਤ ਤੋਲੇ। ਜੋ ਬੁਲਾਵੋ ਤਿਉ ਨਾਨਕ ਦਾਸ ਬੋਲੇ। ਸਤਨਾਮ ਵਾਹਿਗੁਰੂ ਸਾਹਿਬ ਜੀ। ਹਰਿ ਲਬੁਧੋ ਮਿੱਤਰ ਸੁਮਿਤੋ, ਬਿਦਾਰਣ ਕਦੇ ਨ ਚਿਤੋ। ਹਰਿ ਲਬੁਧੋ ਮਿੱਤਰ ਸੁਮਿਤੋ, ਬਿਦਾਰਣ ਕਦੇ ਨਾ ਚਿਤੋ। ਜਾ ਕਾ ਸਥਲ ਤੋਲ ਅਮਿਤੋ, ਸੋਈ ਨਾਨਕ ਸਖਾ ਜੀ ਸੰਗ ਕਿਤੋ। ਜਾ ਕਾ ਅਸਥਲ ਤੋਲ ਅਮਿਤੋ, ਸੋਈ ਨਾਨਕ ਸਖਾ ਜੀ ਸੰਗ ਕਿਤੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸਤਿਗੁਰੂ ਗੁਰੂ ਗਰੀਬ ਨਿਵਾਜ ਪਤਿਤ ਪਾਵਨ ਭਗਤ ਵਸ਼ਲ ਕਿਰਪਾ ਨਿਧ ਦਇਆ ਨਿਧ ਅੰਤਰਜਾਮੀ ਪਾਰ ਬ੍ਰਹਮ ਪਰਮੇਸ਼ਵਰ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਨ ਦਇਆਲ ਪਾਤਸ਼ਾਹ, ਤਿਨਾਂ ਦੀ ਅਪਾਰ ਮਿਹਰਾਮਤ ਹੈ, ਦਇਆ ਬਖਸ਼ਿਸ਼ ਹੈ, ਜੋ ਸਾਨੂੰ ਸਤਿਗੁਰੂ ਸਾਹਿਬ ਜੀ ਨੇ ਸਭ ਨੂੰ ਸਤ ਸੰਗਤ ਰੂਪ ਵਿੱਚ ਜੁੜ ਬੈਠ ਕੇ ਆਪਣੀ ਪਾਵਨ ਪਵਿੱਤਰ ਹਜ਼ੂਰੀ ਦੇ ਅੰਦਰ ਜੁੜ ਬੈਠ ਕੇ ਅਧਿਆਤਮਿਕ ਸਾਧਨਾ ਕਰਨ ਦਾ
ਸ਼ਬਦ ਕੀਰਤਨ ਦੇ ਨਾਲ ਜੁੜ ਕੇ ਆਪਣੇ ਜੀਵਨ ਦੀ ਅਮੋਲਕ ਰਾਸ ਸੰਚਣ ਦਾ ਅਵਸਰ ਪ੍ਰਦਾਨ ਕਰਕੇ ਨਵਾਜ਼ਿਸ਼ ਕੀਤੀ ਹੈ ਜੀ। ਗੁਰੂ ਕੀ ਅੰਮ੍ਰਿਤਮਈ ਬਾਣੀ ਦੇ ਕੀਰਤਨ ਦੁਆਰਾ ਆਪ ਜੀ ਸਤਿਗੁਰੂ ਕੀ ਰਹਿਮਤ ਨੂੰ ਮਾਨਣ ਦਾ ਯਤਨ ਕਰ ਰਹੇ ਸੀ। ਸਤਿਗੁਰੂ ਸਾਹਿਬ ਦੀ ਬਾਣੀ ਦੇ ਅੰਤਰਗਤ ਬਖਸ਼ਿਸ਼ ਕਰਦੇ ਹਨ, ਤੂੰ ਮੇਰਾ ਪਿਤਾ, ਤੂੰ ਹੈ ਮੇਰਾ ਮਾਤਾ, ਤੂੰ ਮੇਰਾ ਬੰਧਪ, ਤੂੰ ਮੇਰਾ ਭਰਾਤਾ। ਸੰਸਾਰ ਦੇ ਵਿੱਚ ਮਨੁੱਖ ਨੂੰ ਆਪਣੇ ਜੀਵਨ ਦਾ ਰਸ ਸਹਿਤ ਬਸਰ ਕਰਨ ਦੇ ਲਈ ਪਰਿਵਾਰਕ, ਪਦਾਰਥਕ ਅਤੇ ਮਾਨਸਿਕ ਆਧਾਰਾਂ ਦੀ ਲੋੜ ਹੁੰਦੀ ਹੈ। ਉਹ ਮਾਨਸਿਕ ਆਧਾਰ ਸੰਬੰਧਾਂ ਕਰਕੇ, ਆਪਣੀਆਂ ਅੰਤਰ ਮਨੋਬਿਰਤੀਆਂ ਕਰਕੇ ਜਾਂ ਹੋਰ ਕਈ ਢੰਗਾਂ ਦੇ ਨਾਲ ਮਨੁੱਖ ਉਹਨਾਂ ਨੂੰ ਪੂਰੀਆਂ ਕਰਦਾ ਹੈ। ਪਰ ਗੁਰੂ ਸਾਹਿਬ ਜੀ ਸਾਨੂੰ ਇਹਨਾਂ ਸੰਬੰਧਾਂ ਤੋਂ ਉਚੇਰਾ ਇੱਕ ਰੂਪ ਦਰਸਾ ਕੇ ਅਤੇ ਉਹਦੇ ਵੱਲ ਜਾਣ ਦੀ ਪ੍ਰੇਰਣਾ ਪੈਦਾ ਕਰਦੇ ਹਨ ਕਿ ਪ੍ਰਤੱਖ ਰੂਪ ਦੇ ਵਿੱਚ ਤਾਂ ਬੋਧ ਪੈਦਾ ਹੋ ਗਿਆ ਮਾਤਾ ਪਿਤਾ ਭੈਣ ਭਰਾ ਸੰਬੰਧੀ ਦਾ, ਪਰ ਉਸ ਅਕਾਲ ਪੁਰਖ ਜਿਹੜਾ ਸਰਵ ਵਿਆਪਕ ਹੈ, ਜੇ ਉਹਦੀ ਹੋਂਦ ਨੂੰ ਵੀ ਇਹਨਾਂ ਪਰਿਵਾਰਕ, ਇਹਨਾਂ ਮਾਨਸਿਕ ਆਧਾਰਾਂ ਦੇ ਤਹਿਤ ਮਨੁੱਖ ਤੂੰ ਜਾਣਨਾ ਸਮਝਣਾ ਸ਼ੁਰੂ ਕਰ ਦੇਵੇਂ ਤਾਂ ਤੈਨੂੰ ਪਰਮੇਸ਼ਰ ਦੀ ਵਿਆਪਕ ਹੋਂਦ ਹਰ ਜਗ੍ਹਾ ਜਿਸ ਰੂਪ ਦੇ ਵਿੱਚ ਤੂੰ ਆਰਾਧਨਾ ਕਰੇਂਗਾ, ਜਿਸ ਰੂਪ ਦੇ ਵਿੱਚ ਉਹਦੀ ਯਾਦ ਨੂੰ ਆਸਰੇ ਰੂਪ ਵਿੱਚ ਮਹਿਸੂਸ ਕਰੇਂਗਾ, ਉਸੇ ਰੂਪ ਵਿੱਚ ਹੀ ਤੇਰੇ ਜੀਵਨ ਦਾ ਆਸਰਾ ਬਣਿਆ ਆਏਗਾ। ਤਾਂ ਕਰਕੇ ਗੁਰੂ ਸਾਹਿਬ ਜੀ ਫਰਮਾਉਂਦੇ, ਤੂੰ ਮੇਰਾ ਰਾਖਾ ਸਭਨੀ ਥਾਈਂ ਤਾ ਪਉ ਕਿਹਾ ਕਾੜਾ ਜੀਓ। ਤਾਂ ਇਸ ਪ੍ਰਕਾਰ ਜਿਹੜਾ ਅਕਾਲ ਪੁਰਖ ਦੀ ਵਿਆਪਕ ਓੜ ਦੇ ਵਿੱਚ ਰਹਿਣ ਵਾਲਾ ਜੀਵ ਹੈ, ਉਹ ਇਹਨਾਂ ਆਧਾਰਾਂ ਨੂੰ ਜਿਉਂਦਾ ਹੋਇਆ ਵੀ ਪਰਮ ਅਕਾਲ ਪੁਰਖ ਦੇ ਵਿਆਪਕ ਆਸਰੇ ਦੁਆਰਾ ਵੀ ਉਹਦੇ ਨਾਲ ਜੁੜਦਾ ਹੈ। ਸਤਿਗੁਰੂ ਕਿਰਪਾ ਕਰਨ ਅਕਾਲ ਪੁਰਖ ਦੀ ਹਸਤੀ ਦਾ ਐਸਾ ਸਰਵ ਪੱਖੀ ਅਹਿਸਾਸ ਸਾਡੇ ਸਾਰਿਆਂ ਦੇ ਹਿਰਦਿਆਂ ਦੇ ਉਤਪੰਨ ਹੋਵੇ ਜੀ। ਪਾਵਨ ਬਾਣੀ ਦੀ ਲੜੀਵਾਰ ਵਿਆਖਿਆ ਦੇ ਨਾਲ ਜੁੜਨ ਦਾ ਯਤਨ ਕਰੀਏ ਜੀ। ਪਾਵਨ ਬਾਣੀ ਦੀ ਲੜੀਵਾਰ ਵਿਆਖਿਆ ਪ੍ਰਾਰੰਭ ਕਰਨ ਤੋਂ ਪਹਿਲਾਂ ਬੜੇ ਅਦਬ ਸਹਿਤ ਉਚਾਰਨ ਕਰੋ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਹਰ ਲਬੁਧੋ ਮਿੱਤਰ ਸੁਮਿਤੋ। ਧੰਨ ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਜੀ ਮਹੱਲਾ ਪੰਜਵਾਂ ਗਾਥਾ ਬਾਣੀ ਦੇ ਅੰਤਰਗਤ ਸਾਨੂੰ ਲੜੀਵਾਰ ਸਲੋਕਾਂ ਦੀ ਵਿਆਖਿਆ ਬਖਸ਼ਿਸ਼ ਕਰਕੇ ਨਵਾਜ਼ਿਸ਼ ਕਰ ਰਹੇ ਹਨ। ਲੜੀਵਾਰ ਬਾਣੀ ਵਿਆਖਿਆ ਦੇ ਅੰਤਰਗਤ ਪਿਛਲੇ ਸਲੋਕਾਂ ਵਿੱਚ ਗੁਰੂ ਸਾਹਿਬ ਜੀ ਨੇ ਬਖਸ਼ਿਸ਼ ਕੀਤੀ ਸੀ ਕਿ ਸਾਧ ਜਨਾਂ ਦੇ ਬਚਨ ਉੱਤਮ ਹੁੰਦੇ ਹਨ। ਉਹਨਾਂ ਨੂੰ ਬਚਨਾਂ ਨੂੰ ਕਮਾਉਣ ਦੇ ਨਾਲ ਜੀਵਨ ਦੇ ਕਰੋੜਾਂ ਪਾਪ ਜਿਹੜੇ ਦੋਸ਼ ਲੱਗਦੇ ਹਨ ਉਹ ਸਹਿਜੇ ਹੀ ਖਤਮ ਹੋ ਜਾਂਦੇ ਹਨ। ਅਗਲੇ ਸਲੋਕ ਵਿੱਚ ਬਖਸ਼ਿਸ਼ ਕੀਤੀ ਸੀ ਕਿ ਉਹ ਦੇਹ, ਉਹ ਘਰ, ਉਹ ਥਾਂ ਸੁਹਾਵਣੇ ਨੇ ਜਿੱਥੇ ਸਤ ਪਰਮੇਸ਼ਰ ਦੀ ਕੀਰਤੀ ਦਾ ਹਰ ਵੇਲੇ ਨਿਰੰਤਰ ਗਾਇਨ ਚੱਲਦਾ ਰਹਿੰਦਾ ਹੈ। ਅਤੇ ਇਹ ਜਿਹੜੀ ਉੱਤਮ ਅਵਸਥਾ ਹੈ, ਇਹ ਭਾਗ ਭਰੀ ਅਵਸਥਾ ਹੈ, ਇਹ ਗੁਰੂ ਦਰ ਤੋਂ ਉਪਦੇਸ਼ ਦੇ ਨਾਲ ਪ੍ਰਾਪਤ ਹੁੰਦੀ। ਇਸ ਪ੍ਰਕਾਰ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਸਲੋਕਾਂ ਦੁਆਰਾ ਬਖਸ਼ਿਸ਼ ਕਰਕੇ ਨਵਾਜਿਆ ਸੀ। ਅੱਜ ਵਾਲੇ ਸਲੋਕ ਵਿੱਚ ਗੁਰੂ ਸਾਹਿਬ ਜੀ ਬਖਸ਼ਿਸ਼ ਕਰਦਿਆਂ ਫਰਮਾਉਂਦੇ ਹਨ, ਹਰ ਲਬੁਧੋ ਮਿੱਤਰ ਸੁਮਿਤੋ ਵਿਦਾਰਣ ਕਦੇ ਨਾ ਚਿੱਤੋ। ਹਰੇਕ ਮਨੁੱਖ ਨੂੰ, ਅਗਰ ਦੁਨੀਆ ਦੇ ਕਿਸੇ ਮਨੁੱਖ ਨੂੰ ਵੀ ਪੁੱਛ ਲਿਆ ਜਾਵੇ ਕਿ ਜੀਣ ਦਾ ਸਭ ਤੋਂ ਪਹਿਲਾ ਆਧਾਰ ਕੀ ਹੈ, ਉਹ ਕਹੇਗਾ ਜੀਣ ਦਾ ਸਭ ਤੋਂ ਪਹਿਲਾਂ ਆਧਾਰ ਕਾਇਆ ਅਤੇ ਇਹਦੇ ਵਿੱਚ ਪ੍ਰਾਣ ਅਤੇ ਚੇਤਨ ਬੁੱਧੀ ਹੋਣੀ ਜ਼ਰੂਰੀ ਹੈ। ਸਭ ਤੋਂ ਪਹਿਲਾਂ ਜੀਵਨ ਦਾ ਆਧਾਰ ਇਹ ਹੈ। ਇਸ ਤੋਂ ਬਾਅਦ ਜਦ ਸਰੀਰ ਦੀ ਸਾਰੀ ਸੰਰਚਨਾ ਪੂਰੀ ਹੋ ਜਾਂਦੀ ਹੈ, ਫਿਰ ਉਸ ਤੋਂ ਬਾਅਦ ਜੀਵਨ 'ਚ ਸੰਗ ਸਾਥ ਦੀ ਪ੍ਰਤੀਤ ਪੈਦਾ ਹੋ ਜਾਵੇ, ਉਹਦੇ ਲਈ ਮਾਤਾ ਪਿਤਾ ਦਾ ਆਧਾਰ ਚਾਹੀਦਾ ਹੈ। ਫਿਰ ਕਹਿੰਦਾ ਕਿ ਇਸ ਤੋਂ ਅੱਗੇ ਜਾ ਕੇ ਜਦੋਂ ਬੰਦਾ ਉਮਰ ਦੇ ਤੌਰ 'ਤੇ ਪ੍ਰੌੜ ਹੋ ਜਾਂਦਾ ਹੈ, ਵਡੇਰਾ ਹੋ ਜਾਂਦਾ ਹੈ, ਫਿਰ ਉਹਦੇ ਜੀਵਨ 'ਚ ਜਿਹੜੇ ਸੰਬੰਧਾਂ ਦੇ ਮਾਨਸਿਕ ਆਧਾਰ ਨੇ ਉਹ ਆਪਣਾ ਰੂਪ ਬਦਲਣਾ ਚਾਹੁੰਦੇ ਹਨ, ਤਾਂ ਫਿਰ ਉਸ ਦੇ ਰੂਪ ਵਿੱਚ ਉਹ ਪਤਨੀ ਦਾ ਆਧਾਰ ਪ੍ਰਣਾਉਂਦਾ ਹੈ। ਫਿਰ ਉਸ ਤੋਂ ਅੱਗੇ ਜਾ ਕੇ ਕ੍ਰੀਏਸ਼ਨ ਦੇ ਮਾਨਸਿਕ ਆਧਾਰ ਉਹਦੇ ਅੰਦਰ ਜਗ੍ਹਾ ਬਣਾਉਣੀ ਸ਼ੁਰੂ ਕਰ ਦਿੰਦੇ ਨੇ। ਫਿਰ ਔਲਾਦ ਨੂੰ ਨਿਰਮਿਤ ਕਰਦਾ ਹੈ।
ਤਾਂ ਇਸ ਪ੍ਰਕਾਰ ਆਪਣੀ ਸਾਰੀ ਜ਼ਿੰਦਗੀ ਜਿਹੜੀ ਮਾਨਸਿਕ ਆਧਾਰਾਂ ਦੀ ਤਲਾਸ਼ ਹੈ ਉਹਨੂੰ ਬਾਹਰੀ ਰੂਪ ਦੇ ਵਿੱਚ ਮਨੁੱਖ ਪੂਰਿਆਂ ਕਰਦਾ ਰਹਿੰਦਾ ਹੈ। ਤਾਂ ਗੁਰੂ ਸਾਹਿਬ ਜੀ ਕਹਿੰਦੇ ਇਹ ਆਧਾਰ ਬਿਨਾਂ ਸਾਡੇ ਕਿਸੇ ਯਤਨ ਦੇ ਆਪਣੇ ਆਪ ਬਣਦੇ ਨੇ। ਭਾਵ ਕਿ ਮਾਤਾ ਪਿਤਾ ਦੀ ਅਸੀਂ ਚੋਣ ਨਹੀਂ ਕਰਦੇ ਕਿਵੇਂ ਦੇ ਹੋਣਗੇ, ਕਿੱਥੇ ਹੋਣਗੇ, ਉਹ ਖੁਦ ਹੀ ਐਸਾ ਸੰਜੋਗੀ ਵਿਧਾਨ ਬਣਦਾ ਹੈ ਕਿ ਉਹਨਾਂ ਦੇ ਗ੍ਰਹਿ ਸਾਡਾ ਜਨਮ ਹੋ ਜਾਂਦਾ ਹੈ। ਫਿਰ ਅੱਗੇ ਕਿਸ ਪ੍ਰਕਾਰ ਪਤਨੀ ਔਲਾਦ ਦੇ ਸੰਬੰਧ ਬਣਨਗੇ ਇਹ ਵੀ ਮਨੁੱਖ ਨਾ ਚਿਤਵ ਸਕਦਾ ਹੈ, ਨਾ ਸਿਰਜ ਸਕਦਾ ਹੈ, ਕੇਵਲ ਉਹਦਾ ਵਸੀਲਾ ਬਣ ਕੇ ਚੱਲ ਸਕਦਾ ਹੈ। ਤਾਂ ਗੁਰੂ ਸਾਹਿਬ ਜੀ ਕਹਿੰਦੇ ਇਹਨਾਂ ਸੰਬੰਧਾਂ ਦੇ ਵਿੱਚ ਮਨੁੱਖ ਜੀਵਨ ਜਿਉਂਦਾ ਹੈ। ਜਿੱਥੇ ਇਹ ਸੰਬੰਧ ਜੀਵਨ ਨੂੰ ਆਧਾਰ ਵੀ ਦਿੰਦੇ ਨੇ, ਉੱਥੇ ਇਹਨਾਂ ਸੰਬੰਧਾਂ ਦੀ ਇੱਕ ਸੀਮਾ ਵੀ ਹੈ। ਉੱਥੇ ਇਹਨਾਂ ਸੰਬੰਧਾਂ ਦੀ ਔਧ ਵੀ ਹੈ ਕਿ ਸਮਾਂ ਪਾ ਕੇ ਜਾਂ ਇਹਨਾਂ ਦਾ ਮੋਹ ਭੰਗ ਹੋ ਜਾਂਦਾ ਹੈ, ਜਾਂ ਇਹ ਬਿਨਸ ਜਾਂਦੇ ਨੇ, ਅਤੇ ਜਾਂ ਦੁਨੀਆਦਾਰੀ ਦੀ ਜਿਹੜੀ ਪਦਾਰਥਿਕਤਾ ਹੈ ਉਹਦੇ ਵਿੱਚ ਗਰਸ ਕੇ ਜੀਵ ਤੋਂ ਆਪਣੇ ਕੇਵਲ ਹਿੱਤਾਂ ਦੀ ਪੂਰਤੀ ਤੱਕ ਹੀ ਮਹਿਦੂਦ ਰਹਿ ਜਾਂਦੇ ਨੇ। ਇਹ ਇਹਨਾਂ ਸੰਸਾਰੀ ਸੰਬੰਧਾਂ ਦੀ ਅਸਲੀਅਤ ਆ। ਗੁਰੂ ਸਾਹਿਬ ਜੀ ਇਸ ਸ਼ਲੋਕ ਵਿੱਚ ਬਖਸ਼ਿਸ਼ ਕਰਦੇ ਹਨ, ਹਰ ਲੱਭਦੋ ਮਿੱਤਰ ਸੁਮਿੱਤੋ, ਸਾਨੂੰ ਲੱਭ ਗਿਆ ਹੈ ਉਹ ਮਿੱਤਰ ਜਿਹੜਾ ਸਭ ਤੋਂ ਉੱਤਮ ਹੈ, ਸਾਰਿਆਂ ਮਿੱਤਰਾਂ ਤੋਂ ਸ਼੍ਰੇਸ਼ਟ ਮਿੱਤਰ ਹੈ। ਭਾਵ ਕਿ ਮਿੱਤਰ ਦਾ ਭਾਵ ਕਿ ਅਕਾਲ ਪੁਰਖ ਸ਼੍ਰੇਸ਼ਟ ਮਿੱਤਰ ਲੱਭ ਗਿਆ ਹੈ। ਉਹ ਸ਼੍ਰੇਸ਼ਟ ਮਿੱਤਰ ਜਿਹਦਾ ਸੰਗ ਸਾਥ ਕਦੀ ਛੁੱਟਦਾ ਹੀ ਨਹੀਂ, ਕਿਉਂਕਿ ਉਹ ਆਤਮ ਜੋਤ ਕਰਕੇ ਹਿਰਦੇ ਅੰਦਰ ਵਿਆਪਤ ਹੈ। ਅਤੇ ਫਿਰ ਗੁਰੂ ਸ਼ਬਦ ਦੁਆਰਾ ਜਦੋਂ ਉਪਦੇਸ਼ ਦਿੰਦਾ ਹੈ, ਫਿਰ ਬੁੱਧੀ ਦੇ ਦੀਵੇ ਨੂੰ ਵਿਵੇਕ ਸਹਿਤ ਜਗਾ ਦਿੰਦਾ ਹੈ। ਤਾਂ ਗੁਰੂ ਸਾਹਿਬ ਜੀ ਕਹਿੰਦੇ ਹਰ ਲੱਭਦੋ ਮਿੱਤਰ ਸੁਮਿੱਤੋ, ਅਸੀਂ ਭਾਲ ਕਰਕੇ ਖੋਜ ਕਰਕੇ ਹੁਣ ਉਹ ਮਿੱਤਰ ਲੱਭ ਲਿਆ ਹੈ। ਬੇਦਾਰਣ ਕਦੇ ਨਾ ਚਿੱਤੋ, ਜਿਹੜਾ ਕਦੀ ਵੀ ਸਾਨੂੰ ਚਿੱਤ ਵਿੱਚੋਂ ਨਹੀਂ ਵਿਸਾਰਦਾ। ਜਾ ਕਾ ਅਸਥਲ ਤੋਲ ਅਮਿਤੋ, ਅਤੇ ਜਿਹਦਾ ਸਥਾਨ, ਜਿਹਦਾ ਆਕਾਰ, ਜਿਹਦੀ ਵਿਆਪਕਤਾ, ਜਿਹਦਾ ਤਾਣ ਅਤੋਲ ਹੈ, ਅਮਿਤੋ ਹੈ, ਭਾਵ ਕਿ ਉਹਦਾ ਕੋਈ ਅੰਤ ਨਹੀਂ ਪਾਇਆ ਜਾ ਸਕਦਾ। ਸੋਈ ਨਾਨਕ ਸਖਾ ਜੀ ਸੰਗ ਕਿਤੋ, ਤਾਂ ਗੁਰੂ ਅਰਜਨ ਦੇਵ ਸਾਹਿਬ ਜੀ ਬਖਸ਼ਿਸ਼ ਕਰਦੇ ਉਹੀ ਜੀਵ ਦਾ ਅਸਲ ਸੰਗ ਸਹਾਇਕ ਹੈ। ਇਸ ਕਰਕੇ ਅਸੀਂ ਉਸ ਮਿੱਤਰ ਨੂੰ ਆਪਣਾ ਪਰਮ ਮਿੱਤਰ ਬਣਾਇਆ ਹੈ। ਸਰਲ ਭਾਵ ਗੁਰੂ ਸਾਹਿਬ ਜੀ ਇਸ ਪ੍ਰਕਾਰ ਬਖਸ਼ਿਸ਼ ਕਰਦੇ ਹਨ। ਹੁਣ ਇਸ ਸ਼ਲੋਕ ਨੂੰ ਗਹਿਰੇ ਭਾਵ ਦੇ ਵਿੱਚ ਸਮਝਣ ਦਾ ਯਤਨ ਕਰੀਏ। ਹੁਣ ਗੱਲ ਆਰੰਭ ਤੋਂ ਇਸ ਪ੍ਰਕਾਰ ਸ਼ੁਰੂ ਹੋਈ ਸੀ ਕਿ ਸਾਨੂੰ ਅਕਾਲ ਪੁਰਖ ਦੇ ਸਾਨੂੰ ਜੀਵਨ ਦਾ ਆਧਾਰ ਸਭ ਤੋਂ ਨੇੜੇ ਮਾਤਾ ਪਿਤਾ ਮਹਿਸੂਸ ਹੁੰਦੇ ਨੇ ਜਦੋਂ ਸਾਡਾ ਜੀਵਨ ਆਰੰਭ ਹੁੰਦਾ ਹੈ। ਹੁਣ ਜੇ ਸੰਸਾਰੀ ਦ੍ਰਿਸ਼ਟੀਕੋਣ ਤੋਂ ਦੇਖੀਏ ਤਾਂ ਉਹ ਇੱਕ ਕੇਵਲ ਦੁਨਿਆਵੀ ਸੰਬੰਧ ਬਣ ਕੇ ਰਹਿ ਜਾਂਦੇ ਹਨ। ਉਹਨਾਂ ਦੇ ਅੰਦਰ ਜਿਹੜੀ ਪਰਮੇਸ਼ਰ ਦੀ ਨਾਮ ਰੂਪ ਵਿਆਪਕਤਾ ਆਧਾਰ ਪਿਆ ਹੋਇਆ ਹੈ, ਜੇ ਮਨੁੱਖ ਉਹਦੀ ਨਾ ਪਛਾਣ ਕਰੇ ਤਾਂ ਫਿਰ ਮਾਤਾ ਪਿਤਾ ਅਤੇ ਔਲਾਦ ਦੇ ਸੰਬੰਧ ਵੀ ਦੁਨਿਆਵੀ ਨੁਕਤਿਆਂ ਤੋਂ ਚੱਲਣਗੇ। ਅਤੇ ਜੇ ਉਹਨਾਂ ਦੇ ਅੰਦਰ ਅਧਿਆਤਮਿਕ ਅਰਥ ਜਾਗ ਜਾਏ ਤਾਂ ਫਿਰ ਕਹੇਗਾ ਕਿ ਠੀਕ ਹੈ ਇਹ ਮੇਰਾ ਪਿਤਾ ਹੈ, ਪਰ ਅਕਾਲ ਪੁਰਖ ਪਿਤਾ ਰੂਪ ਹੋਣ ਕਰਕੇ ਮੇਰੇ ਨੇੜੇ ਹੋਣਾ ਸੀ, ਆਪਣੇ ਦੁਆਰਾ ਉਹਨੇ ਸਿਰਜਣਾ ਪੂਰੀ ਕਰਨੀ ਸੀ, ਇਸ ਕਰਕੇ ਉਹਨੇ ਇੱਕ ਰੂਪ ਪਿਤਾ ਦਾ ਘੜਿਆ। ਜਿਵੇਂ ਗੁਰਬਾਣੀ ਵਿੱਚ ਵਾਕ ਆਉਂਦਾ ਨਾ, ਸਤਿਗੁਰੂ ਸਾਹਿਬ ਜੀ ਫਰਮਾਉਂਦੇ ਹਨ ਕਿ ਤੂੰ ਮੇਰਾ ਪਿਤਾ, ਤੂੰ ਹੈ ਮੇਰਾ ਮਾਤਾ। ਉਂਝ ਜੇ ਦੁਨਿਆਵੀ ਤੌਰ 'ਤੇ ਦੇਖਦਾ ਤਾਂ ਕੇਵਲ ਇੰਨੇ ਵਾਕ ਇੰਨਾ ਸਾ ਕਿ ਮੇਰੀ ਮਾਤਾ ਪਿਤਾ ਨੇ ਮੈਨੂੰ ਜਨਮ ਦਿੱਤਾ ਹੈ, ਮੇਰੀ ਪਾਲਣਾ ਪੋਸ਼ਣਾ ਕਰ ਰਹੇ ਨੇ, ਮੈਨੂੰ ਜਾਨ ਤੋਂ ਪਿਆਰੇ ਨੇ, ਇੰਨੇ ਕਿ ਵਾਕ ਕਹਿੰਦਾ ਬੰਦਾ, ਮੈਂ ਇਹਨਾਂ ਲਈ ਕੁਝ ਵੀ ਕਰ ਸਕਦਾ ਹਾਂ। ਪਰ ਜਦੋਂ ਇਹਨਾਂ ਦੇ ਅੰਦਰ ਅਧਿਆਤਮਿਕ ਅਰਥ ਜਾਗੇਗਾ ਤਾਂ ਫਿਰ ਮਨੁੱਖ ਕਹੇਗਾ ਕਿ ਇਹ ਮਾਤਾ ਪਿਤਾ ਤਾਂ ਹਨ, ਪਰ ਇਹ ਅਸਲ ਦੇ ਵਿੱਚ ਅਕਾਲ ਪੁਰਖ ਨੇ ਆਪਣਾ ਆਸਰਾ ਅਤੇ ਮੈਨੂੰ ਮੇਰੇ ਜੀਵਨ ਦਾ ਆਧਾਰ ਦੇਣਾ ਸੀ, ਇਸ ਕਰਕੇ ਇਹਨਾਂ ਨੂੰ ਸਿਰਜਿਤ ਕੀਤਾ ਅਤੇ ਇਹਨਾਂ ਨੂੰ ਮਾਤਾ ਪਿਤਾ ਦੀ ਸੰਗਿਆ ਅਤੇ ਵਿਧਾਨ ਦੇ ਵਿੱਚ ਪਾ ਕੇ ਮੇਰੇ ਨਾਲ ਜੋੜਿਆ, ਤਾਂ ਕਿ ਮੇਰੀ ਜ਼ਿੰਦਗੀ ਦਾ ਆਧਾਰ ਚੱਲਦਾ ਰਹੇ ਅਤੇ ਮੈਨੂੰ ਉਹਦੀ ਹੋਂਦ ਕਦੀ ਦੂਰ ਨਾ ਮਹਿਸੂਸ ਹੋਵੇ। ਹੁਣ ਜਦ ਮਾਤਾ ਪਿਤਾ ਦਾ ਨਿੱਘ ਮਾਣਦਾ ਬੰਦਾ, ਉਦੋਂ ਦੁਨਿਆਵੀ ਕਿਸੇ ਹੋਰ ਸੰਬੰਧ ਦਾ ਨਿੱਘ ਨਾ ਵੀ ਹੋਵੇ ਅਤੇ ਤਾਂ ਵੀ ਉਹ ਬੰਦੇ ਦਾ ਜੀਵਨ ਚੱਲਦਾ ਜਾਂਦਾ ਹੈ। ਤਾਂ ਇਸ ਕਰਕੇ ਗੁਰੂ ਸਾਹਿਬ ਜੀ ਕਹਿੰਦੇ ਦੋ ਦ੍ਰਿਸ਼ਟੀਕੋਣ ਨੇ, ਇੱਕ ਕੇਵਲ ਮਾਤਾ ਪਿਤਾ ਦੇ ਆਧਾਰ ਨੂੰ ਦੁਨਿਆਵੀ ਤੌਰ 'ਤੇ ਦੇਖ ਲੈਣਾ, ਇੱਕ ਇਹਨੂੰ ਅਧਿਆਤਮਿਕ ਤੌਰ 'ਤੇ ਦੇਖ ਲੈਣਾ ਕਿ ਅਸਲ ਦੇ ਵਿੱਚ ਇਹ ਵੀ ਇੱਕ ਵਸੀਲੇ ਨੇ ਜਿਹੜੇ ਅਕਾਲ ਪੁਰਖ ਨੇ ਮੇਰਾ ਆਧਾਰ ਬਣਾਉਣ ਦੇ ਲਈ ਪੈਦਾ ਕੀਤੇ ਨੇ। ਤਾਂ ਗੁਰੂ ਸਾਹਿਬ ਜੀ ਕਹਿੰਦੇ ਇਸੇ ਪ੍ਰਕਾਰ ਫਿਰ ਦੂਜੀ ਗੱਲ, ਇਹ ਦੋ ਪੱਖ ਜਦੋਂ ਇਹਨਾਂ ਦਾ ਸੱਤ ਤੱਤ ਨੁਕਤੇ ਤੋਂ ਦੇਖਾਂਗੇ ਤਾਂ ਫਿਰ ਇਹਨਾਂ ਦੀ ਸੀਮਾ ਵੀ ਸਮਝ ਆਏਗੀ। ਜਿਵੇਂ ਹਰੇਕ ਚੀਜ਼ ਦਾ ਇੱਕ ਵਿਸਥਾਰ ਵੀ ਹੁੰਦਾ, ਪਰ ਉਹਦੀ ਇੱਕ ਸੀਮਾ ਵੀ ਹੁੰਦੀ ਹੈ।
ਤਾਂ ਇਸੇ ਪ੍ਰਕਾਰ ਗੁਰੂ ਸਾਹਿਬ ਜੀ ਕਹਿੰਦੇ ਭਾਵੇਂ ਇਹਨਾਂ ਦਾ ਆਧਾਰ ਜ਼ਿੰਦਗੀ ਦੇ ਲਈ ਬੜਾ ਜ਼ਰੂਰੀ ਹੈ, ਮਾਤਾ ਪਿਤਾ ਭੈਣ ਭਰਾ ਪਤਨੀ ਔਲਾਦ ਆਦਿਕ ਦਾ, ਪਰ ਇਹਨਾਂ ਦੀ ਇੱਕ ਸੀਮਾ ਵੀ ਹੈ। ਕਿਤੇ ਜਾ ਕੇ ਕੇਵਲ ਇਹ ਸੰਬੰਧਾਂ ਦਾ ਹਿੱਤ ਜਦੋਂ ਪ੍ਰੇਮ ਤੋਂ ਅੱਗੇ ਨਹੀਂ ਜਾਂਦਾ, ਕੇਵਲ ਪਦਾਰਥਾਂ ਤੱਕ ਮਹਦੂਦ ਰਹਿ ਜਾਂਦਾ ਅਤੇ ਇਹਨਾਂ ਦੇ ਵਿੱਚ ਫਿੱਕਾਪਣ ਵਾਪਰਨਾ ਸ਼ੁਰੂ ਹੋ ਜਾਂਦਾ ਅਤੇ ਫਿਰ ਇਹ ਇੱਕ ਦੂਜੇ ਨਾਲ ਸੰਬੰਧਾਂ ਦੀ ਹੋਂਦ ਨੂੰ ਹਿੱਤਾਂ ਦੀ ਪੂਰਤੀ ਤੱਕ ਸੀਮਿਤ ਕਰ ਲੈਂਦੇ ਹਨ। ਇਸ ਕਰਕੇ ਸਿਆਣੇ ਵਿਦਵਾਨਾਂ ਦਾ ਕਥਨ ਹੈ ਕਿ ਜੀਵ ਦੇ 3 ਮਿੱਤਰ ਹਨ ਪੱਕੇ। 3 ਮਿੱਤਰ ਦਾ ਭਾਵ ਕਿ ਧਨ, ਜਿਹੜੇ ਵੈਸੇ ਦੁਨਿਆਵੀ ਮਿੱਤਰ, ਅਤੇ ਧਨ ਅਤੇ ਕਰਮ, ਇਹ 3 ਮਿੱਤਰ ਨੇ। ਜਿਹੜੇ ਦੁਨਿਆਵੀ ਮਿੱਤਰ ਨੇ ਉਹ ਦੁਨਿਆਵੀ ਗਰਜਾਂ 'ਚ ਮਾੜਾ ਮੋਟਾ ਨਿਭ ਜਾਂਦੇ ਨੇ, ਅਤੇ ਪਰ ਜਦੋਂ ਸ਼ਮਸ਼ਾਨ ਭੂਮੀ ਤੱਕ ਵੱਧ ਤੋਂ ਵੱਧ ਜਾ ਸਕਦੇ ਨੇ, ਅੱਗੇ ਉਹਨਾਂ ਦਾ ਸਾਥ ਨਹੀਂ ਮਿਲਦਾ। ਧਨ ਜਿੰਨਾ ਚਿਰ ਪ੍ਰਾਰਬੱਧ ਚੰਗੀ ਰਵੇ, ਧਨ ਕੋਲ ਰਵੇ, ਅਤੇ ਜੀਵਨ ਦਾ ਸੁੱਖ ਆਰਾਮ ਬਣਿਆ ਰਹਿੰਦਾ ਹੈ। ਜਦੋਂ ਧਨ ਛੁਟਕ ਜਾਵੇ, ਪ੍ਰਾਰਬੱਧ ਮੰਦੀ ਪੈ ਜਾਵੇ, ਅਤੇ ਜੀਵਨ ਦੇ ਵਿੱਚ ਕੰਗਾਲੀ ਵਰਤ ਜਾਂਦੀ ਹੈ ਅਤੇ ਧਨ ਵੀ ਸਾਥ ਨਹੀਂ ਨਿਭਾਉਂਦਾ। ਭਾਵ ਕਿ ਜਦੋਂ ਰੋਗ ਹੀ ਇਲਾਜ ਹੋ ਜਾਵੇ, ਉਦੋਂ ਜਿਹੜਾ ਕਮਾਇਆ ਹੋਇਆ ਧਨ ਹੈ ਉਹ ਵੀ ਸਾਥ ਨਹੀਂ ਨਿਭਦਾ। ਅਤੇ ਤੀਜੇ ਮਿੱਤਰ ਕਹੇ ਜਾਂਦੇ ਹਨ ਮਨੁੱਖ ਦੇ ਕਰਮ, ਜਿਹੜੇ ਦੇਹ ਦੇ ਬਿਨਸੁਣ ਤੋਂ ਬਾਅਦ ਵੀ ਉਹਨਾਂ ਦਾ ਫਲ, ਉਹਨਾਂ ਦਾ ਪ੍ਰਭਾਵ, ਉਹਨਾਂ ਦਾ ਸਾਰਾ ਕੁਝ ਬਣਿਆ ਰਹਿੰਦਾ ਹੈ। ਤਾਂ ਗੁਰੂ ਸਾਹਿਬ ਜੀ ਕਹਿੰਦੇ ਹਰ ਲੱਭਦੋ ਮਿੱਤਰ ਸੁਮਿੱਤੋ, ਅਸੀਂ ਉਹ ਮਿੱਤਰ ਲੱਭਿਆ ਹੈ। ਹੁਣ ਦੁਨਿਆਵੀ ਤੌਰ 'ਤੇ ਅਸੀਂ ਇੱਕ ਦੂਜੇ ਦੇ ਮਿੱਤਰ ਬਣਦੇ ਹਾਂ, ਨਿਕਟ ਆਉਂਦੇ ਹਾਂ, ਸਾਡੇ ਸੰਬੰਧਾਂ ਦੇ ਵਿੱਚ ਭਰਾਤਰੀ ਭਾਵ, ਆਪਸੀ ਸਾਂਝ ਪੈਦਾ ਹੁੰਦੀ ਹੈ। ਤਾਂ ਠੀਕ ਹੈ ਕਿ ਇੱਕ ਉਹ ਇਨਸਾਨੀ ਮੁਹੱਬਤ ਵੀ ਹੋ ਸਕਦੀ ਹੈ, ਪਰ ਉਹਦੇ ਵਿੱਚ ਕਿਤੇ ਨਾ ਕਿਤੇ ਬਹੁਤੀ ਵਾਰੀ ਹਿੱਤ ਪੂਰਤੀ ਦਾ ਵੀ ਅੰਸ਼ ਉਹਦੇ ਵਿੱਚ ਸ਼ਾਮਲ ਹੁੰਦਾ ਹੈ। ਤਾਂ ਇਸ ਕਰਕੇ ਗੁਰੂ ਸਾਹਿਬ ਜੀ ਕਹਿੰਦੇ ਹਰ ਲੱਭਦੋ ਮਿੱਤਰ ਸੁਮਿੱਤੋ। ਇਸ ਕਰਕੇ ਜਦੋਂ ਅਕਾਲ ਪੁਰਖ ਦੇ ਨਾਲ ਕੋਈ ਇਸ ਜੀਵ ਆਪਣਾ ਨਾਤਾ ਜੋੜਦਾ ਹੈ, ਤਾਂ ਜੇ ਉਹ ਕਿਸੇ ਦੁਨਿਆਵੀ ਕਾਮਨਾ ਕਰਕੇ ਜੋੜ ਰਿਹਾ ਹੈ ਤਾਂ ਉਹ ਵੀ ਸੰਬੰਧ ਅਧੂਰਾ ਹੈ। ਅਤੇ ਜੇ ਉਹ ਪੂਰਾ ਉਹਦੀ ਬਖਸ਼ਿਸ਼ ਨੂੰ ਮਾਨਣ ਦੇ ਲਈ ਜਾਂ ਉਹਦੇ ਪ੍ਰੇਮ ਵਿੱਚ ਵਿਲੀਨ ਹੋਣ ਦੇ ਲਈ ਉਹਦੇ ਨਾਲ ਸੰਬੰਧ ਬਣਾ ਰਿਹਾ ਹੈ, ਤਾਂ ਗੁਰੂ ਸਾਹਿਬ ਜੀ ਕਹਿੰਦੇ ਇਹ ਸ਼੍ਰੇਸ਼ਟਤਾਈ ਦੀ ਮਿੱਤਰਤਾ ਹੈ। ਤਾਂ ਗੁਰੂ ਸਾਹਿਬ ਜੀ ਕਹਿੰਦੇ ਬਦਾਰਨ ਕਿਦੇ ਨਾ ਚਿੱਤੋ। ਦੁਨਿਆਵੀ ਤੌਰ 'ਤੇ ਔਕੜ ਬਣ ਜਾਏ ਤਾਂ ਅਸੀਂ ਸਾਰਿਆਂ ਨੇ ਇਸ ਤਰ੍ਹਾਂ ਦਾ ਅਨੁਭਵ ਹੰਡਾਇਆ ਹੋਏਗਾ ਕਿ ਜਿਨ੍ਹਾਂ ਨੂੰ ਨਿਕਟਵਰਤੀ ਗਿਣਦੇ ਸਾਂ, ਜਦੋਂ ਕੋਈ ਬਹੁਤ ਵੱਡੀ ਔਕੜ ਬਣ ਗਈ, ਉਹ ਨਿਕਟਵਰਤੀ ਹੀ ਕਿਨਾਰਾ ਕਰ ਗਏ, ਜਿਨ੍ਹਾਂ ਨੂੰ ਬੜਾ ਮਾਣ, ਜਿਨ੍ਹਾਂ 'ਤੇ ਸਾਡਾ ਬੜਾ ਮਾਣ ਸੀ। ਤਾਂ ਗੁਰੂ ਸਾਹਿਬ ਜੀ ਕਹਿੰਦੇ ਬਦਾਰਨ ਕਦੇ ਨਾ ਚਿੱਤੋ, ਕਦੇ ਵੀ ਉਹ ਵਿਸਾਰਦਾ ਨਹੀਂ। ਮੰਨ ਲਾ ਤੂੰ ਉਹਦੇ ਨਾਲ ਦੋਸਤੀ ਪਾ ਕੇ ਅਕਾਲ ਪੁਰਖ ਦਾ ਓਟ ਆਸਰਾ ਉਹਨੂੰ ਪ੍ਰਤੱਖ ਮੰਨ ਕੇ ਉਹਦੀ ਯਾਦ ਨੂੰ ਵਿਸਾਰ ਵੀ ਦਿੱਤਾ ਹੈ, ਤਾਂ ਵੀ ਰਿਜਕ ਰੂਪ ਦੇ ਵਿੱਚ, ਪ੍ਰਾਣ ਰੂਪ ਦੇ ਵਿੱਚ ਅਤੇ ਆਪਣੀ ਕਿਰਪਾ ਰੂਪ ਦੇ ਵਿੱਚ ਕਦੀ ਆਪਣੀ ਰਹਿਮਤ ਤੇਰੇ ਤੋਂ ਹਟਾਉਂਦਾ ਨਹੀਂ। ਭਾਵ ਉਹ ਤੈਨੂੰ ਸਦੀਵੀ ਯਾਦ ਰੱਖਦਾ ਹੈ। ਇਹ ਵੱਖਰੀ ਗੱਲ ਹੈ ਕਿ ਤੂੰ ਉਹਦੀ ਯਾਦ ਨੂੰ ਭੁਲਾ ਦੇਵੇਂ। ਤਾਂ ਗੁਰੂ ਸਾਹਿਬ ਜੀ ਕਹਿੰਦੇ ਬਿਦਾਰਨ ਕਦੇ ਨਾ ਚਿੱਤੋ। ਜੇ ਮਾਲਕ ਸਾਨੂੰ ਦਿਲੋਂ ਭੁਲਾ ਦੇਵੇ ਤਾਂ ਸਾਡੇ ਜੀਵਨ ਦੀ ਕੋਈ ਬਿਧ ਨਾ ਬਣੇ। ਤਾਂ ਇਸ ਪ੍ਰਕਾਰ ਗੁਰੂ ਸਾਹਿਬ ਜੀ ਕਹਿੰਦੇ ਬਿਦਾਰਨ ਕਦੇ ਨਾ ਚਿੱਤੋ। ਭਾਵੇਂ ਤੂੰ ਉਹਦਾ ਸ਼ੁਕਰਾਨਾ ਕਰ ਜਾਂ ਨਾ ਕਰ, ਭਾਵੇਂ ਉਹਦੀ ਯਾਦ ਵਿੱਚ ਲੀਨ ਨਾ ਰਹਿ, ਉਹ ਤੈਨੂੰ ਕਦੇ ਨਹੀਂ ਵਿਸਾਰਦਾ। ਕਿਵੇਂ ਨਹੀਂ ਵਿਸਾਰਦਾ? ਕਿ ਜੇ ਤੈਨੂੰ ਵਿਸਾਰ ਦੇਵੇ ਤਾਂ ਜੇ ਤੇਰੇ ਰਿਜ਼ਕ ਦੀਆਂ, ਜਦੋਂ ਹੁਣ ਉਦਾਹਰਨ ਦੇ ਤੌਰ 'ਤੇ ਆਤਮ ਜੋਤ ਸਾਡੇ ਤੋਂ ਰੁਖਸਤ ਹੁੰਦੀ ਹੈ, ਇਹਦਾ ਮਤਲਬ ਮਾਲਕ ਦੀ ਨਜ਼ਰ ਸਾਡੇ ਤੋਂ ਉੱਠ ਜਾਂਦੀ ਹੈ ਅਤੇ ਜੀਵ ਸੰਸਾਰ 'ਤੇ ਉਹਦੀ ਲੀਲਾ ਖਤਮ ਹੋ ਜਾਂਦੀ ਹੈ। ਤਾਂ ਗੁਰੂ ਸਾਹਿਬ ਜੀ ਕਹਿੰਦੇ ਬਿਦਾਰਨ ਕਦੇ ਨਾ ਚਿੱਤੋ, ਉਹ ਕਦੀ ਤੈਨੂੰ ਚਿੱਤ 'ਚ ਵਿਸਾਰਨ ਵਾਲਾ ਨਹੀਂ ਹੈ। ਉਦਾਹਰਨ ਦੇ ਤੌਰ 'ਤੇ ਭਾਈ ਗੁਰਦਾਸ ਸਾਹਿਬ ਜੀ ਦੀਆਂ ਵਾਰਾਂ 'ਚ ਨਾ ਸ਼੍ਰੀ ਕ੍ਰਿਸ਼ਨ ਅਤੇ ਸੁਦਾਮੇ ਦੀ ਦੋਸਤੀ ਦਾ ਪ੍ਰਮਾਣ ਹੈ ਕਿ ਸਮਾਂ ਪਾ ਕੇ ਗਰੀਬੀ ਨੇ ਘੇਰ ਲਿਆ ਸੁਦਾਮਾ ਜੀ ਨੂੰ, ਤਾਂ ਉਹ ਗਰੀਬੀ ਵਿੱਚ ਆਪਣੇ ਦਿਨ ਕੱਟੀ ਜਾਵੇ। ਤਾਂ ਆਖਰ ਉਹਦੀ ਪਤਨੀ ਨੇ ਕਿਹਾ ਕਿ ਸ਼੍ਰੀ ਕ੍ਰਿਸ਼ਨ, ਭਾਵ ਕਿ ਉਹ ਦੁਆਪਰ ਯੁੱਗ ਦੇ ਰਾਜੇ ਹਨ, ਤਾਂ ਉਹਨਾਂ ਪਾਸ ਜਾ, ਤੇਰੇ ਬਚਪਨ ਦੇ ਮਿੱਤਰ ਰਹੇ ਨੇ, ਜਾ ਉਹਨਾਂ ਪਾਸ ਜਾ ਕੇ ਆਪਣੀ ਦਲਿੱਦਰੀ ਦਾ, ਗਰੀਬੀ ਦਾ ਜ਼ਿਕਰ ਕਰ, ਤੇਰੀ ਗਰੀਬੀ ਕੱਟ ਦੇਣਗੇ। ਤਾਂ ਸੁਦਾਮਾ ਕਹਿਣ ਲੱਗਾ ਹੁਣ ਰਾਜੇ ਨੇ, ਮੇਰੀ ਪਛਾਣ ਨਹੀਂ ਕਰਨਗੇ, ਮੈਨੂੰ ਨਹੀਂ ਜਾਣਨਗੇ। ਉਹ ਕਹਿਣ ਲੱਗੇ ਐਡੀ ਕਿਹੜੀ ਗੱਲ ਹੈ, ਤੂੰ ਜਾ ਤਾਂ ਸਹੀ। ਉਹਨੇ ਚੌਲ ਵਗੈਰਾ ਭੁੰਨ ਕੇ ਤਾਂ ਉਹ ਦੇ ਦਿੱਤੇ, ਨਾਲ ਬੰਨ੍ਹ ਦਿੱਤੇ। ਗਿਣਤੀਆਂ ਮਿਣਤੀਆਂ ਕਰਦਾ ਸੁਦਾਮਾ ਪਹੁੰਚਿਆ ਗੋਕਲ ਦੇ ਵਿੱਚ। ਉੱਥੇ ਜਦੋਂ ਜਾ ਕੇ ਦੇਖਿਆ ਤਾਂ ਆਵਾਜ਼ ਦਿੱਤੀ ਦਰਬਾਨ ਨੂੰ, ਕਿ ਦਰਬਾਨ ਨੇ ਜਾ ਕੇ ਅੱਗੇ ਹੁਕਮ ਦਿੱਤਾ, ਆਗਿਆ ਦੱਸੀ ਕਿ ਜੀ ਤੁਹਾਨੂੰ ਕੋਈ ਸੁਦਾਮਾ ਨਾਮ ਦਾ ਇਨਸਾਨ ਮਿਲਣਾ ਹੈ। ਤਾਂ ਭਾਈ ਗੁਰਦਾਸ ਸਾਹਿਬ ਜੀ ਫਰਮਾਉਂਦੇ ਹਨ, ਦੂਰੋਂ ਡੇਖ ਡੰਡੌਤ ਕਰ, ਛੱਡ ਸਿੰਘਾਸਣ ਹਰ ਜੀ ਆਏ। ਕਿ ਇਹਨੇ ਦੋਸਤੀ ਵਿਸਾਰ ਦਿੱਤੀ। ਇਹ ਉਹਦੀ ਕਿਰਪਾ ਨੂੰ ਭੁੱਲ ਚੁੱਕਿਆ ਸੁਦਾਮਾ, ਕਿ ਉਹ ਅਜੇ ਵੀ ਮੈਨੂੰ
ਕਿਰਪਾਮਈ ਮਿੱਤਰ ਰੂਪ ਦੇ ਵਿੱਚ ਯਾਦ ਰੱਖੇਗਾ। ਆਪ ਗਿਣਤੀਆਂ ਮਿਣਤੀਆਂ 'ਚ ਪਿਆ ਹੈ, ਪਰ ਫਿਰ ਉਹਨਾਂ ਨੇ ਕੋਲ ਖੁਦ ਲਿਜਾ ਕੇ ਪਾਸ ਵਢਾ ਕੇ ਆਪਣੇ ਸਿੰਘਾਸਣ 'ਤੇ ਸਾਰਾ ਸੇਵਾ ਮਾਣ ਆਦਰ ਸਤਿਕਾਰ ਕੀਤਾ ਅਤੇ ਉਹਦੀ ਦਿਲ ਦੀ ਵੇਦਨਾ ਜਾਣ ਲਈ ਕਿ ਜੋ ਇਹਦੇ ਜੀਵਨ 'ਚ ਵਾਪਰਿਆ ਹੈ। ਅਤੇ ਭਾਈ ਗੁਰਦਾਸ ਸਾਹਿਬ ਜੀ ਆਖਦੇ ਨੇ, ਚਾਰੇ ਪਦਾਰਥ ਸੁਕੁਚ ਪਠਾਏ, ਅਤੇ ਬਿਨਾਂ ਮੰਗਿਆ ਹੀ ਚੌਵਾਂ ਪਦਾਰਥਾਂ ਧਰਮ ਅਰਥ ਕਾਮ ਮੋਖ ਦੀ ਬਖਸ਼ਿਸ਼ ਸ੍ਰੀ ਕ੍ਰਿਸ਼ਨ ਨੇ ਕਰ ਦਿੱਤੀ। ਗੱਲ ਕੀ ਹੈ ਕਿ ਅਸੀਂ ਆਦੀ ਹੋ ਗਏ ਹਾਂ ਪ੍ਰਤੱਖ ਚੀਜ਼ਾਂ ਦੇ ਆਸਰੇ ਨੂੰ ਮੰਨਣ ਦੇ। ਸਾਨੂੰ ਜਿਹੜੀ ਦੈਵੀ ਹੋਂਦ ਹੈ, ਜਿਹੜੀ ਅਦਿਸ ਹੈ, ਉਹ ਮੰਨਣੀ ਨਹੀਂ ਆਉਂਦੀ। ਪ੍ਰੋਬਲਮ ਸਾਡੀ ਸਮੱਸਿਆ ਹੀ ਇੱਥੇ ਹੈ। ਜਦੋਂ ਹੁਣ ਗਾਵੇ ਕੋ ਵੇਖਿਆ ਹਾਦਰਾ ਹਦੂਰ, ਤਾਂ ਹੁਣ ਅਕਾਲ ਪੁਰਖ ਦੇ ਪ੍ਰਤੱਖ ਆਧਾਰ ਵੀ ਪਏ ਨੇ, ਅਦ੍ਰਿਸ਼ ਵੀ ਪਏ ਨੇ, ਅਤੇ ਅਦ੍ਰਿਸ਼ ਨੂੰ ਫੜਨ ਦੇ ਲਈ ਸਮਝ ਛੱਡਣੀ ਪੈਂਦੀ ਹੈ। ਅਦਿਸ ਨੂੰ ਪਕੜਨ ਦੇ ਲਈ ਆਪਣੀ ਬੁੱਧੀ ਦਾ ਦਾਇਰਾ ਵਿਸ਼ਾਲ ਕਰਨਾ ਪੈਂਦਾ ਹੈ, ਆਪਣੇ ਅਹਿਸਾਸਾਂ ਨੂੰ ਬੜੇ ਤੀਬਰ ਕਰਨਾ ਪੈਂਦਾ ਹੈ, ਫਿਰ ਉਹਦੀ ਹੋਂਦ ਮਹਿਸੂਸ ਹੁੰਦੀ ਹੈ। ਤਾਂ ਗੁਰੂ ਸਾਹਿਬ ਜੀ ਕਹਿੰਦੇ, ਜਾ ਕਾ ਅਸਥਲ ਤੋਲ ਅਮਿਤੋ, ਉਹਦਾ ਕੋਈ ਤੋਲ ਨਹੀਂ ਹੈ। ਕੋਈ ਬਹੁਤ ਵੱਡਾ ਸਾਡਾ ਕਰੋੜਪਤੀ ਮਿੱਤਰ ਬਣ ਜਾਏ, ਉਹਦੇ ਧਨ ਦੀ, ਉਹਦੀ ਪਹੁੰਚ ਦੀ ਵੀ ਸੀਮਾ ਹੋਏਗੀ। ਭਾਵੇਂ ਰਾਜਨੀਤਿਕ ਪਹੁੰਚ ਹੋਵੇ, ਕਿਸੇ ਪ੍ਰਸ਼ਾਸਨਿਕ ਪਹੁੰਚ ਹੋਵੇ, ਉਹਦੇ ਪਦਾਰਥ ਦਾ ਪਸਾਰਾ ਹੋਵੇ, ਕਿਤੇ ਨਾ ਕਿਤੇ ਤਾਂ ਉਹਦੀ ਸੀਮਾ ਹੋਏਗੀ ਹੀ। ਪਰ ਗੁਰੂ ਸਾਹਿਬ ਜੀ ਕਹਿੰਦੇ, ਜਿਸ ਅਕਾਲ ਪੁਰਖ ਦਾ ਓਟ ਆਸਰਾ ਜੀਵ ਤੂੰ ਤੱਕੇਂਗਾ, ਉਹਦੀ ਕਿਰਪਾ ਦਾ, ਉਹਦੀ ਵਿਆਪਕ ਦਾ ਕੋਈ ਤੋਲ ਨਹੀਂ ਹੈ। ਉਹ ਅਪਾਰ ਹੈ, ਅਥਾਹ ਹੈ, ਅਸਗਾਹ ਹੈ, ਅਤੋਲ ਹੈ, ਤਾਂ ਅਗੋਚਰ ਹੈ। ਤਾਂ ਗੁਰੂ ਸਾਹਿਬ ਜੀ ਕਹਿੰਦੇ, ਜਾ ਕਾ ਅਸਥਲ ਤੋਲ ਅਮਿਤੋ। ਹੁਣ ਅਧਿਆਤਮਿਕ ਅਰਥਾਂ ਦੇ ਵਿੱਚ ਪਰਿਵਾਰ ਦੀ ਸੰਰਚਨਾ ਨੂੰ ਜਾਣਨਾ ਹੋਵੇ ਤਾਂ ਗੁਰੂ ਸਾਹਿਬ ਜੀ ਨੇ ਬਾਣੀ 'ਚ ਬਹੁਤ ਐਸੇ ਪ੍ਰਮਾਣ ਮਿਲਦੇ ਨੇ। ਜਦੋਂ ਗੁਰੂ ਸਾਹਿਬ ਜੀ ਕਹਿੰਦੇ ਕਿ ਹੁਣ ਦੁਨਿਆਵੀ ਤੌਰ 'ਤੇ ਮਾਤਾ ਪਿਤਾ ਮਿਲਦੇ ਨੇ, ਵਿਛੜ ਜਾਂਦੇ ਨੇ, ਹੁਣ ਕਈ ਬੱਚੇ ਯਤੀਮ ਵੀ ਰਹਿ ਜਾਂਦੇ ਨੇ, ਤਾਂ ਹੁਣ ਉਹਨਾਂ ਦੇ ਲਈ ਮਾਤਾ ਪਿਤਾ ਦੇ ਅਧਿਆਤਮਿਕ ਅਰਥ ਕੀ ਬਣਨ। ਤਾਂ ਗੁਰੂ ਸਾਹਿਬ ਜੀ ਕਹਿੰਦੇ ਕਿ ਜਦੋਂ ਪਰਮੇਸ਼ਰ ਤੋਂ ਮੈਨੂੰ ਮੋਹ ਰੂਪ ਕਰਕੇ, ਮਤਲਬ ਪਿਆਰ ਮੁਹੱਬਤ ਕਰਕੇ ਕਿਤੋਂ ਵੀ ਨਵਾਜ਼ਿਸ਼ ਕਰਦਾ, ਭਾਵ ਕਿ ਜਦੋਂ ਦੁਨੀਆ ਦੇ ਵਿੱਚੋਂ ਮੁਹੱਬਤ ਮਿਲਦੀ ਹੈ ਜਾਂ ਮਾਣ ਅਦਬ ਮਿਲਦਾ ਹੈ ਜਿਉਣ ਦਾ, ਤਾਂ ਉਦੋਂ ਸਮਝ ਲੈ ਜਿੰਨੇ ਜੀਵ ਮੇਰੇ ਨਾਲ ਉਹ ਵਿਵਹਾਰ ਕਰ ਰਹੇ ਨੇ, ਉਹ ਸਾਰੇ ਮਾਤਾ ਰੂਪ ਨੇ। ਜਦੋਂ ਮੇਰੇ ਰਿਜਕ ਰੂਪ ਦੀ, ਮੇਰੇ ਪ੍ਰਤਪਾਲਣਾ ਦੀ ਚਿੰਤਾ ਕਰਦਾ ਹੈ, ਅਤੇ ਚਾਹੇ ਉਹ ਕੋਈ ਵੀ ਕਰੇ, ਮੇਰਾ ਨਿਕਟਵਰਤੀ ਹੋਵੇ, ਮੇਰਾ ਦੂਰਵਰਤੀ ਹੋਵੇ, ਉਸ ਸਮੇਂ ਦੇ ਵਿੱਚ ਪਿਤਾ ਦਾ ਆਧਾਰ ਨੇੜੇ ਹੁੰਦਾ ਹੈ। ਅਤੇ ਜਦੋਂ ਮੈਂ ਆਪਣੇ ਦਿਲ ਦੇ ਸਾਰੇ ਰਾਜਦਾਨਾਂ ਨੂੰ ਸਮਝ ਲੈਂਦਾ ਹੈ ਕਿ ਦੁਨੀਆ ਮੇਰੇ ਰਾਜਾਂ ਦਾ ਮਖੌਲ ਉਡਾਏਗੀ ਜਾਂ ਮੇਰੇ ਰਾਜਾਂ ਦੀ ਮਹੱਤਤਾ ਨੂੰ ਨਹੀਂ ਜਾਣੇਗੀ, ਮੇਰੀ ਅੰਤਰ ਵੇਦਨਾ ਨੂੰ ਠੀਕ ਰੂਪ ਦੇ ਵਿੱਚ ਨਹੀਂ ਸਮਝੇਗੀ, ਅਤੇ ਜਦੋਂ ਮੈਂ ਆਪਣਾ ਦਿਲ ਤੇਰੇ ਸਾਹਮਣੇ ਖੋਲ੍ਹਦਾ ਹਾਂ, ਉਦੋਂ ਤੂੰ ਮੇਰਾ ਸਭ ਤੋਂ ਵੱਡਾ ਮਿੱਤਰ ਹੁੰਨਾ। ਤਾਂ ਗੁਰੂ ਸਾਹਿਬ ਜੀ ਕਹਿੰਦੇ, ਇਸ ਕਰਕੇ ਜਦੋਂ ਜੀਵ ਦੇ ਅੰਦਰ ਮੱਤ ਪ੍ਰਵੇਸ਼ ਕਰਦੀ, ਉਹ ਮਾਤਾ ਰੂਪ ਹੁੰਦੀ ਹੈ, ਅਤੇ ਜਦੋਂ ਉਹਦੇ ਜੀਵਨ ਦੀ ਪ੍ਰਤਪਾਲਣਾ ਹੁੰਦੀ ਹੈ, ਪਰਮੇਸ਼ਰ ਪਿਤਾ ਰੂਪ ਹੁੰਦਾ ਹੈ। ਅਤੇ ਜਦੋਂ ਉਹ ਆਪਣਾ ਹਿਰਦਾ ਆਪਣੇ ਅਵਗੁਣਾਂ ਦੇ ਭਾਵ ਨੂੰ ਭੁੱਲ ਕੇ ਅਕਾਲ ਪੁਰਖ ਦੀ ਵਿਆਪਕ ਹੋਂਦ ਸਾਹਮਣੇ ਖੋਲ੍ਹਦਾ ਹੈ, ਤਾਂ ਗੁਰੂ ਸਾਹਿਬ ਜੀ ਕਹਿੰਦੇ ਉਹ ਸਾਡਾ ਪਰਮ ਮਿੱਤਰ ਹੁੰਦਾ। ਤਾਂ ਕਰਕੇ ਗੁਰਬਾਣੀ ਵਿੱਚ ਵਾਕ ਹੈ, ਗੁਰੂ ਸਾਹਿਬ ਜੀ ਫਰਮਾਉਂਦੇ ਹਨ, ਵੈਦੋ ਨਾ ਵਾਈ ਭੈਣੋ ਨਾ ਪਾਈ, ਏਕੋ ਸਹਾਈ ਰਾਮ ਹੈ, ਕਿ ਇਹਨਾਂ ਸਾਰੇ ਸੰਬੰਧੀਆਂ ਦੇ ਵਿੱਚ ਇੱਕ ਅਕਾਲ ਪੁਰਖ ਦੀ ਵਿਆਪਕਤਾ ਨੂੰ ਚੀਨ ਲਓ। ਤਾਂ ਗੁਰੂ ਸਾਹਿਬ ਜੀ ਕਹਿੰਦੇ, ਸੋਈ ਨਾਨਕ ਸਖਾ ਜੀ ਸੰਗ ਕਿਤੋ, ਇਹੀ ਹਰ ਜਗ੍ਹਾ ਸਹਾਇਕ ਹੈ, ਕਿਤੇ ਵੀ ਇਸ ਦੀ ਆਰਾਧਨਾ ਕੀਤੀ ਜਾਵੇ। ਤਾਂ ਇਸੇ ਪ੍ਰਕਾਰ ਗੁਰੂ ਸਾਹਿਬ ਜੀ ਬਖਸ਼ਿਸ਼ ਕਰਦੇ ਹਨ, ਅਪ ਜਸੰਗ ਮਿਟੰਤ ਸਤ ਪੁੱਤਰ। ਤਾਂ ਸਤਿਗੁਰੂ ਸਾਹਿਬ ਜੀ ਅਗਲੇ ਸ਼ਲੋਕ ਵਿੱਚ ਬਖਸ਼ਿਸ਼ ਕਰਦੇ ਹਨ, ਕਿਸੇ ਕੁੱਲ ਦੀ ਬੜੀ ਮਾਣਹਾਨੀ, ਬੜੀ ਨਿੰਦਿਆ ਹੁੰਦੀ ਹੋਵੇ, ਉਸ ਕੁੱਲ ਨੂੰ ਉਸ ਨਗਰ ਦੇ ਵਿੱਚ ਬੜਾ ਮਾੜਾ, ਬੜਾ ਬੁਰਾ, ਬੜਾ ਭੈੜਾ ਗਿਣਿਆ ਜਾਂਦਾ ਹੋਵੇ, ਤਾਂ ਗੁਰੂ ਸਾਹਿਬ ਜੀ ਕਹਿੰਦੇ, ਅਪ ਜਸੰਗ, ਬੜੀ ਨਿੰਦਿਆ ਹੁੰਦੀ ਹੋਵੇ, ਮਿਟੰਤ, ਮਿਟ ਜਾਂਦੀ ਹੈ, ਸਤ ਪੁੱਤਰ। ਅਤੇ ਜੇ ਉਸ ਕੁੱਲ ਦੇ ਵਿੱਚ ਕੋਈ ਚੰਗੇ ਸ਼ੁਭ ਗੁਣਾ ਲੱਖਣਾਂ ਵਾਲਾ, ਚੰਗੇ ਕਿਰਦਾਰ ਵਾਲਾ, ਚੰਗੀ ਸਾਧਨਾ ਵਾਲਾ, ਉੱਤਮ ਸੁਭਾਅ ਵਾਲਾ, ਚੰਗੀ ਕਰਨੀ ਵਾਲਾ ਕੋਈ ਪੁੱਤਰ ਪੈਦਾ ਹੋ ਜਾਵੇ, ਤਾਂ ਸਾਰੇ ਕੁੱਲ ਦੀ ਨਿੰਦਿਆ ਨੂੰ ਮਿਟਾ ਦਿੰਦਾ ਹੈ। ਭਾਵ ਕਿ ਦੈਤਾਂ ਦੀ ਕੁੱਲ ਵਿੱਚ ਪ੍ਰਗਟ ਹੋਏ ਹਨ ਭਗਤ ਪ੍ਰਹਿਲਾਦ ਜੀ। ਪ੍ਰਹਿਲਾਦ ਜੀ ਦੈਤਾਂ ਦੀ ਕੁੱਲ ਵਿੱਚ ਪ੍ਰਗਟ ਹੋਏ ਹਨ, ਹਰਨਾਕਸ਼ ਦੈਤ ਕੁੱਲ ਕਹੀ ਜਾਂਦੀ ਹੈ। ਹੁਣ ਉਸ ਕੁੱਲ ਦੇ ਵਿੱਚ ਪ੍ਰਗਟ ਹੋਏ ਹਨ। ਦੈਤਾਂ ਨੇ ਪਰਮੇਸ਼ਰ ਦਾ ਅੰਸ਼ ਨਾ ਪਛਾਣ ਕੇ ਪ੍ਰਹਿਲਾਦ ਦੇ ਉੱਪਰ ਜ਼ੁਲਮ ਕਰਨੇ ਚਾਹੇ, ਪਰ ਫਿਰ ਵੀ ਜਦੋਂ ਆਖਰ ਸਾਰਾ ਨਿਰਣਾ ਹੋਇਆ, ਤਾਂ ਗੁਰਬਾਣੀ ਵਿੱਚ ਵਾਕ ਆਉਂਦਾ, ਪ੍ਰਹਿਲਾਦ ਜਨ ਕੇ 21 ਹੀ ਕੁੱਲ ਉਦਾਰੇ। ਕਿ ਵਿਸ਼ਾ ਇਹ ਨਹੀਂ ਕਿ ਇਸ ਕੁੱਲ ਨੇ 20 ਪੀੜ੍ਹੀਆਂ ਤੱਕ ਪਾਪ ਕੀਤੇ ਨੇ, ਵਿਸ਼ਾ ਇਹ ਹੈ
कि इस कुल दे विच एक उत्तम भगत पैदा होया ते ओहदी भगती दा कर्म सारे संसार नूं जिहड़ी बंदगी मार्ग की प्रेरणा पैदा कर रहा तो जिन्ने ज़्यादा वो कर्म तो बंदगी की सिमरन की प्रेरणा लेंदे रहणगे उन्ने ज़्यादा उस कुल के अवगुणों का पापां का भाव नाश हुंदा जाएगा तो उन्हां दे 21 कुलों तक मुक्त हो जाएंगे। 21 कुलों का भाव सत दाद के नानके सहुरे का भाव कि इस सांझे स्वरूप दे विच तां गुरु साहिब जी कहंदे अपजसं मिटंत सत पुत्र। जे किसी कुल दे विच चंगा शुभ लखणा वाला वड्डे रुतबे भाव वाला बंदगी वाला पुत्र पैदा हो जाए तो गुरु साहिब जी कहंदे सारे कुल की जिहड़ी निंदिया है उन्होंने नाश कर दिंदा है। तो इसे करके गुरबाणी च ये भी वाक आउंदे हन, जेह कुल पूत न ज्ञान विचारी विधवा कस न पई महतारी। जे नर राम भगत ने साधी जन्मत कस न मूह अपराधी। मुच मुच गर्भ गए कीन बजिया बुढ़ रूप जीवे जग मजिया। तो इसे प्रकार भगत कबीर साहब जी कहते जे किसी कुल विच ज्ञान की विचार करने वाला बंदगी करने वाला नहीं पैदा होया तो वह कुल जिहड़ी है खत्म होने के योग है, क्योंकि वो बंदगी का दर्श नहीं पैदा कर रही। तो इसे प्रकार जां भगत धरू वर्गे ਜਾਂ जिन्हां दा गुरबाणी जिक्र आउंदा है सतगुरु साहब भगत कबीर साहब जी फरमाउंदे हन कि नाम जपो जी ऐसे ऐसे धरू प्रहलाद जप्यो हर जैसे। कि उंज उहदा पिता राजा सी पर जो धरू ने सचखंड का राज प्राप्त किया तो वही भी भगती कर्म की प्रेरणा सारे ब्रह्मंड की आदर्श बन गई। तो गुरु साहब जी कहते अपजसं मिटंत सत पुत्र भाव कि शुभ लखणा वाला पुत्र पैदा हो जाए सारे कुल की निंदिया जिहड़ी मान हानि उन्होंने धो दिंदा है। तो गुरु साहब जी कहते इसे प्रकार सिमर तब हृदय गुर मंत्रण। तो इसे प्रकार जदों गुरसिख के हिरदे विच गुरु के गुर मंत्र उपदेश का वास हो जाता है तो गुरसिख उन्होंने दृढ़ करके संभालता रहिंदा है। तो गुरु साहब जी कहते फिर की हुंदा है सिमर तब हृदय गुर मंत्रण है। तो इसे प्रकार गुर मंत्र उपदेश हिरदे विच वसण दे नाल पैदा होण दे नाल सारे जन्म की मैल उतर जाती है। तो इसे प्रकार सतगुरु साहब जी फरमाउंदे ने पावन गुरबाणी च कि उंज इस मनुख नूं जन्मां जन्मांतरां की मैल लगी हुई है। हुण जदों किसी जगह किसी साधक ने किसी पूर्ण पुरख दे नाल जिक्र किया, कहंदा कि इन्ने दहाके हो गए मैनूं साधना करदिआं नूं अजे भी मेरी पूरी एकाग्रता नहीं बनती, इहदा की कारण है, इहदा की कारण है। तो उस महात्मा ने कहा कि वो किसी रुख लै गया पुराने रुख जिहड़ा कट्टिया होया सी, उपरों कट्टिया होया सी, वो कहण लगा इहदी जड़ नूं खोदना शुरू कर। उन्हें कई सौ किलोमीटर तक उहदी जड़ खोददा गया, उहदा अंत ना लभे। तो वह पूर्ण पुरख कहण लगा तैनूं वर्तमान समय च अपने कर्म का बोध है कि मैं चंगा कर रहा, तो वह बोध तैनूं समय विच भी पैदा हो गया है कि मैं 70-80 साल तो निर्मल कर्म कर रहा, एकाग्रता क्यों नहीं बन रही। कहंदा हुण उपर दा रुख तेरा कट्टिया गया, भाव कि माड़े कर्मां ते तूं टक लगा दिता, पर वो जिहड़ी मगरली जड़ व्यापत है प्रारबद्ध कर्मां करके पिछले जन्मां कर जिन्ना चिर वो सुक के नाश नहीं हुंदी उन्ना चिर पूरी एक सुरता नहीं बननी। इस करके बंदगी दो नुकतियां करके कीती जाती है कि जिहड़ा वर्तमान जीवन साडे सामने वापरिया है, एक तो ये निर्मल हो जाए, ये सवर जाए, एक जिहड़ी पुरानी चेतना दे कई जन्म के अजाम असीं बतीत कर रहे हाँ उन्हां दे विच जिहड़ी मैल चलदी चलदी इत्थों तक आ गई है, ये भी नाश हो जाए। तो गुरु साहब जी कहते सिमर तब हृदय गुर मंत्रण। तो इसे प्रकार तो गुरु साहब जी कहते जो गुर मंत्र शब्द उपदेश हिरदे अंदर पैदा हो जाता है तो गुरसिखे का सਦੀवी अभ्यास करता रहिंदा है। तो पहला ये जन्म कुलीन हुंदा है, सब तो पहला मन कुलीन हुंदा है, फिर सुरत कुलीन हुंदी है, फिर चित्त शवछ हुंदा। जो चित्त शवछ होण लगदा है फिर बाकी जन्मां की जिहड़ी चेतना है वो भी शुद्ध होण लग पैंदी है तो जीव पूरी तरह निर्मल हो जाता है। तो इसे प्रकार गुरु साहब जी कहते सिमर तब हृदय गुर मंत्रण है। जिहड़े गुर शब्द उपदेश नूं हिरदे विच वसा के अभ्यास करते हैं, इस करके सारी कुल की निंदिया मिटाउणी है तो सारी कुल का चंगा होना नहीं, एक चंगा हो जाए तो भी काम बन जाता है। इसे प्रकार करोड़ा जन्मां के पापां दा अवगुणां का नाश करना है तो उन्ने जन्म धारण के लिए जरूरत नहीं, केवल जिहड़ा वर्तमान जीवन मिलिया है उहदे विच गुर शब्द का उपदेश हिरदे अंदर वसा लईए तो गुरु साहब जी कहते जन्मां जन्मांतरां की मैल उतर जाती है। प्रीतम भगवान अचुत
ਨਾਨਕ ਸੰਸਾਰ ਸਾਗਰ ਤਾਰਨ ਹੈ। ਤਾਂ ਗੁਰੂ ਸਾਹਿਬ ਜੀ ਕਹਿੰਦੇ ਗੁਰਮੰਤਰ ਦੇ ਸ਼ਬਦ ਅਭਿਆਸ ਕਰਕੇ ਪ੍ਰੀਤਮ ਭਗਵਾਨ ਅਚੁੱਤ ਨਾ ਗਿਰਨੇ ਵਾਲਾ ਪਰਮੇਸ਼ਰ ਅਡਿੱਗ ਪਰਮੇਸ਼ਰ ਵਿਆਪਕ ਜਿਹੜਾ ਸੰਸਾਰ ਦੀ ਹਸਤੀ ਤੋਂ ਵੱਖ ਨਹੀਂ ਕੀਤਾ ਜਾ ਸਕਦਾ। ਨਾਨਕ ਸੰਸਾਰ ਸਾਗਰ ਤਾਰਨ ਹੈ, ਉਹ ਇਸ ਸੰਸਾਰ ਸਾਗਰ ਤੋਂ ਪਾਰ ਪੈਦਾ ਹੁੰਦਾ ਹੈ। ਜਿਵੇਂ ਜਦੋਂ ਭਾਰਤ ਪਾਕਿਸਤਾਨ ਦੀ ਵੰਡ ਹੋਈ ਨਾ, ਤਾਂ ਉਦੋਂ ਜਿਹੜੇ ਸਨ ਅਹੁਦਿਆਂ ਦੀ ਵੰਡ, ਕਿਉਂਕਿ ਉਸ ਸਮੇਂ ਦੇ ਵਿੱਚ ਪ੍ਰਸ਼ਾਸਨਿਕ ਜਿਹੜੀਆਂ ਪੱਧਤੀਆਂ ਸਾਨੂੰ ਠੀਕ ਤਰੀਕੇ ਨਾਲ ਨਹੀਂ ਕਲਪੀਆਂ ਜਾ ਸਕਦੀਆਂ ਸਨ। ਫਿਰ ਉਹਨਾਂ ਸਮਿਆਂ ਦੇ ਵਿੱਚ ਜਿਹੜੇ ਨਗਰਾਂ ਦੇ ਚੌਧਰੀ, ਲੰਬੜਦਾਰ ਜਾਂ ਹੋਰ ਜਿਹੜੇ ਅਹੁਦੇਦਾਰ ਲਗਾਉਣੇ ਸਨ, ਉਹ ਇਸੇ ਆਧਾਰ 'ਤੇ ਲਗਾ ਦਿੱਤੇ ਗਏ ਸਨ ਕਿ ਇਹਨਾਂ ਦੇ ਬਜ਼ੁਰਗ ਇਹ ਕੰਮ ਕਰਦੇ ਰਹੇ ਨੇ, ਭਾਵ ਕਿ ਉਹ ਨਗਰਾਂ ਦੇ ਚੌਧਰੀ ਰਹੇ ਨੇ। ਭਾਵੇਂ ਅੱਜ ਇਹ ਗਰੀਬ ਨੇ, ਇਹਨਾਂ ਨੂੰ ਚੌਧਰੀ ਲਗਾ ਦਿੱਤਾ ਜਾਵੇ, ਭਾਵ ਕਿ ਇਹਨਾਂ ਦੇ ਸੁਭਾਅ ਵਿੱਚ, ਇਹਨਾਂ ਦੀ ਅਕਲ ਦੇ ਵਿੱਚ ਕੁਦਰਤੀ ਉਹ ਗੁਣ ਚੱਲੇ ਆਉਂਦੇ ਨੇ, ਤਾਂ ਉਹ ਕੇਵਲ ਉਹਨਾਂ ਦੇ ਰੁਤਬੇ ਕਰਕੇ ਉਹਨਾਂ ਨੂੰ ਸਤਿਕਾਰ ਮਿਲ ਜਾਂਦਾ ਹੈ। ਤਾਂ ਇਸੇ ਪ੍ਰਕਾਰ ਗੁਰੂ ਸਾਹਿਬ ਜੀ ਕਹਿੰਦੇ ਜਦੋਂ ਅਸੀਂ ਗੁਰ ਸ਼ਬਦ ਦਾ ਅਭਿਆਸ ਕਰਦੇ ਹਾਂ, ਇਹ ਸੰਸਾਰ, ਇਹ ਲੋਕ ਵੀ ਸਾਡਾ ਕਲਿਆਣਮਈ ਹੋ ਜਾਂਦਾ ਹੈ ਅਤੇ ਸੰਸਾਰ ਸਾਗਰ ਤਾਰਨੇ, ਅਤੇ ਜਿਹੜਾ ਪਰਲੋਕ ਦਾ ਜੀਵਨ ਹੈ ਉਹ ਵੀ ਸਫਲ ਹੋ ਜਾਂਦਾ ਹੈ। ਤਾਂ ਇਸੇ ਪ੍ਰਕਾਰ ਗੁਰੂ ਸਾਹਿਬ ਜੀ ਬਖਸ਼ਿਸ਼ ਕਰਦੇ ਹਨ, ਮਰਣੰ ਬਿਸਰਣੰ ਗੋਬਿੰਦ। ਇਸ ਸ਼ਲੋਕ ਵਿੱਚ ਗੁਰੂ ਸਾਹਿਬ ਜੀ ਪਰਮੇਸ਼ਰ ਦੀ ਯਾਦ 'ਤੇ ਆਧਾਰਿਤ ਜੀਵਨ ਜਿਉਣ ਦੀ ਗੱਲ ਕਰਦੇ ਹਨ। ਹੁਣ ਉਦਾਹਰਨ ਦੇ ਤੌਰ 'ਤੇ ਸਾਨੂੰ ਲੱਗਦਾ ਹੈ ਕਿ ਸਾਡਾ ਜੀਵਨ ਉਦੋਂ ਖਤਮ ਹੋਏਗਾ ਜਦੋਂ ਪ੍ਰਾਣ ਖਤਮ ਹੋਣਗੇ, ਪਰ ਜਦੋਂ ਜਿਹੜਾ ਸਤਸੰਗੀ ਮਨੁੱਖ ਹੈ ਉਹਨੂੰ ਇੰਨੇ ਅਰਥਾਂ ਤੱਕ ਸੀਮਤ ਨਹੀਂ ਰਹਿਣਾ ਪਏਗਾ, ਇਹਨੂੰ ਇਸ ਤੋਂ ਅੱਗੇ ਜਾਣਾ ਪਏਗਾ, ਉਹਨੂੰ ਆਪਣਾ ਪੁਰਾਣਾ ਤੋਂ ਵੱਡਾ ਜੀਵਨ ਸਿਰਜਣਾ ਪਏਗਾ। ਤਾਂ ਉਹ ਗੁਰੂ ਸ਼ਬਦ ਦੇ ਅਭਿਆਸ ਨਾਲ ਹੀ ਸਿਰਜਿਆ ਜਾਏਗਾ। ਜਿਵੇਂ ਉਹਦਾ ਮੋਟਾ ਜਿਹਾ ਲੱਛਣ ਕੀ ਹੈ, ਜਿਹਦਾ ਜੀਵਨ ਗੁਰੂ ਸ਼ਬਦ 'ਤੇ ਆਧਾਰਿਤ ਹੋ ਜਾਵੇ, ਜਿਹਨੂੰ ਇੱਕ ਦਿਨ ਦਾ ਨਿਤਨੇਮ ਛੁਟਕਣ ਦੇ ਨਾਲ, ਗੁਰੂ ਘਰ ਦੀ ਗੈਰ ਹਾਜ਼ਰੀ ਦੇ ਨਾਲ ਮਨ ਅੰਦਰ ਘ੍ਰਿਣਾ, ਰੋਸ ਜਾਂ ਨਿਰਾਸ਼ਾ ਪੈਦਾ ਹੋਣੀ ਸ਼ੁਰੂ ਹੋ ਜਾਂਦੀ ਹੈ। ਇਹਦਾ ਮਤਲਬ ਇਹਦਾ ਕੁਝ ਕੁ ਜੀਵਨ ਗੁਰੂ ਦੀ ਯਾਦ 'ਤੇ ਆਧਾਰਿਤ ਬਣ ਗਿਆ ਹੈ। ਪੁਰਾਣਾ 'ਤੇ ਤਾਂ ਜਿਉਂ ਰਿਹਾ, ਉਹ ਦੇਹ ਦਾ ਆਧਾਰ ਨੇ, ਇਹਨੇ ਆਪਣੀ ਆਤਮਾ ਦਾ ਆਧਾਰ ਗੁਰੂ ਦੀ ਯਾਦ ਨੂੰ ਸਿਰਜ ਲਿਆ। ਤਾਂ ਬਾਬਾ ਫਰੀਦ ਸਾਹਿਬ ਜੀ ਦਾ ਇੱਕ ਬੜਾ ਕਮਾਲ ਦਾ ਸਲੋਕ ਹੈ, ਉਹ ਆਖਦੇ ਹਨ, ਅੱਜ ਨਾ ਸੁੱਤੀ ਕੰਤ ਸਿਉ ਅੰਗ ਮੁੜੇ ਮੁੜ ਜਾਏ, ਜਾਏ ਪੁੱਛੋ ਡੋਹਾਗਣੀ ਤੁਮ ਕਿਉਂ ਰਹਿਣ ਵਿਹਾਏ। ਸੁਹਾਗਣੀ ਦਾ ਰੂਪ ਬਣਾ ਕੇ ਕਹਿੰਦੇ ਨੇ ਕਿ ਕਹਿੰਦੇ ਕੰਤ ਦਾ ਸਾਥ ਅੱਜ ਪ੍ਰਾਪਤ ਨਹੀਂ ਹੋਇਆ ਤਾਂ ਅੰਗ ਟੁੱਟ ਰਹੇ ਨੇ, ਭਾਵ ਕਿ ਜੀਵਨ ਦੇ ਵਿੱਚ ਜਿਹੜਾ ਉਹਦੇ ਨਾਲ ਜੁੜ ਕੇ ਆਨੰਦ ਹੁਲਾਸ ਬਣਦਾ ਹੈ, ਤਰੋ ਤਾਜ਼ਗੀ ਬਣਦੀ ਹੈ, ਉਹ ਨਹੀਂ ਬਣੀ ਅੱਜ, ਕਿਉਂਕਿ ਉਹਦਾ ਸਾਥ ਨਹੀਂ ਪ੍ਰਾਪਤ ਹੋਇਆ। ਅਤੇ ਜਿਹੜੇ ਗੁਰਸਿੱਖ ਜਦੋਂ ਨਿਤਨੇਮ ਕਿਸੇ ਕਾਰਨ ਕਰਕੇ, ਆਲਸ ਕਰਕੇ ਜਾਂ ਕਿਸੇ ਸੰਕਟ ਕਰਕੇ ਜਾਂ ਕਿਸੇ ਵੀ ਮਨਮੁਖੀ ਭਾਵ ਕਰਕੇ ਰਹਿ ਜਾਏ ਅਤੇ ਉਸ ਤੋਂ ਬਾਅਦ ਅੰਦਰ ਘ੍ਰਿਣਾ ਪੈਦਾ ਹੋਵੇ ਜਾਂ ਪਛਤਾਵਾ ਪੈਦਾ ਹੋਵੇ, ਤਾਂ ਗੁਰੂ ਸਾਹਿਬ ਜੀ ਕਹਿੰਦੇ ਇਸੇ ਪ੍ਰਕਾਰ ਜਿਹੜਾ ਇਸ ਤਰ੍ਹਾਂ ਦਾ ਜੀਵਨ ਹੈ, ਸਮਝ ਲਓ ਕਿ ਆਤਮਿਕ ਆਧਾਰ ਵਾਲਾ ਜੀਵਨ ਗੁਰੂ ਦੀ ਪ੍ਰੀਤ ਨਾਲ ਜੁੜ ਗਿਆ। ਤਾਂ ਗੁਰੂ ਸਾਹਿਬ ਜੀ ਕਹਿੰਦੇ ਮਰਣੰ ਬਿਸਰਣੰ ਗੋਬਿੰਦ ਹੈ। ਰਹਿਰਾਸ ਸਾਹਿਬ ਦੀ ਬਾਣੀ ਅਸੀਂ ਸਾਰੇ ਪੜ੍ਹਦੇ ਹਾਂ, ਉਹਦੇ ਵਿੱਚ ਜ਼ਿਕਰ ਆਉਂਦਾ ਹੈ, ਆਖਾਂ ਜੀਵਾਂ ਵਿਸਰੈ ਮਰ ਜਾਓ। ਹੁਣ ਇਹਦਾ ਜੇ ਸਰੀਰਕ ਭਾਵ ਲੱਭਦੇ ਰਹੋਗੇ ਤਾਂ ਇਹ ਵਾਕ ਸਮਝ 'ਚ ਨਹੀਂ ਆਏਗਾ। ਇਹਦਾ ਭਾਵ ਇਹ ਹੈ ਕਿ ਜਿਵੇਂ ਹੁਣ ਬੰਦਾ ਕਹਿੰਦਾ ਨਾ, ਅਸਲੀ ਜੀਵਨ ਆਪਣੇ ਘਰ 'ਚ ਹੀ ਹੈ, ਬਾਹਰ ਦਾ ਕੋਈ ਜੀਵਨ ਨਹੀਂ ਹੈ। ਮਤਲਬ ਜਿਉਂ ਤਾਂ ਉੱਥੇ ਵੀ ਰਿਹਾ, ਭੋਜਨ ਪਦਾਰਥ ਸਾਰਾ ਕੁਝ ਮਿਲ ਰਿਹਾ, ਪਰ ਉਹਨੂੰ ਯਾਦ ਕਰ ਰਿਹਾ। ਤਾਂ ਇਸੇ ਪ੍ਰਕਾਰ ਗੁਰੂ ਸਾਹਿਬ ਜੀ ਕਹਿੰਦੇ ਜਦੋਂ ਪਰਮੇਸ਼ਰ ਦੀ ਯਾਦ ਵਿੱਚ ਜੁੜਦੇ ਹਾਂ ਤਾਂ ਜਿਹੜਾ ਜੀਵਨ ਦਾ ਅੰਦਰੂਨੀ ਸੁਹਾਵਣਾਪਣ ਹੈ ਉਹ ਬਣਿਆ ਰਹਿੰਦਾ। ਅਤੇ ਜਦੋਂ ਉਹਦੀ ਯਾਦ ਛੁਟਕ ਜਾਂਦੀ ਹੈ ਅਤੇ ਉਹ ਅੰਦਰੋਂ ਸੁਹਾਵਣਾਪਣ ਮਰ ਜਾਂਦਾ ਹੈ, ਫਿਰ ਜਿਹੜਾ ਬਾਹਰੋਂ ਸੁਹਾਵਣਾਪਣ ਮਿਲਦਾ ਹੈ ਉਹਨੂੰ ਵੀ ਬੰਦਾ ਨਿਰਾਸ਼ਾ ਵਿੱਚ ਹੀ ਭੋਗਦਾ ਹੈ, ਉਹਨੂੰ ਵੀ ਕੋਈ ਉਹ ਸਾਬਤ ਸਮਝ ਕੇ ਨਹੀਂ ਭੋਗਦਾ। ਤਾਂ ਇਸ ਕਰਕੇ ਗੁਰੂ ਸਾਹਿਬ ਜੀ ਕਹਿੰਦੇ ਮਰਣੰ ਬਿਸਰਣੰ ਗੋਬਿੰਦ ਹੈ। ਤਾਂ ਇਸ ਕਰਕੇ ਜਦੋਂ ਮਾਲਕ ਤੇਰੀ ਯਾਦ ਦਾ ਭਾਵ ਹਿਰਦੇ ਅੰਦਰ ਵਿਸਰ ਜਾਵੇ ਤਾਂ ਫਿਰ ਕੀ ਹੁੰਦਾ ਹੈ, ਫਿਰ ਜੀਵਨ ਮਰਿਆਂ ਸਮਾਨ ਹੁੰਦਾ। ਹੁਣ ਮਰਿਆਂ ਦਾ ਭਾਵ ਕੀ ਹੁੰਦਾ? ਹੁਣ ਇੱਥੇ ਗੁਰੂ ਸਾਹਿਬ ਜੀ ਨੇ ਮਰਣੰ ਸ਼ਬਦ ਵਰਤਿਆ। ਸਾਨੂੰ ਮਰਨ ਦੇ ਵੀ ਇੱਕੋ ਹੀ ਅਰਥ ਸਮਝ ਆਉਂਦੇ ਨੇ ਕਿ ਸਾਹ ਰੁਕ ਜਾਣੇ। ਮਰਨ ਦਾ ਅਰਥ ਹੈ ਕਿ ਜਦੋਂ ਤੁਹਾਡੇ ਅੰਦਰ ਸਜਿੰਦਤਾ ਬਰਕਰਾਰ ਨਾ ਰਹੇ, ਮੁਰਦੇ ਨੂੰ ਅੱਗ ਲਗਾ ਦਿੱਤੀ ਜਾਵੇ, ਉਹਨੂੰ ਕੋਈ ਫਰਕ ਨਹੀਂ ਪੈਂਦਾ, ਉਹ ਕੋਈ ਕੁਰਲਾਹਟ ਨਹੀਂ ਮਚਾਉਂਦਾ, ਕੋਈ ਚੀਕ ਨਹੀਂ ਮਾਰਦਾ। ਜਿਉਂਦੇ ਬੰਦੇ ਨੂੰ ਕੰਡਾ ਵੀ ਚੁੱਭ ਜਾਏ ਤਾਂ ਉਹ ਬੜੀ ਉੱਚੀ ਚੀਕ ਮਾਰਦਾ। ਇਹਦਾ ਮਤਲਬ ਹੈ ਕਿ ਜਦੋਂ ਬੰਦਾ ਪਰਮੇਸ਼ਵਰੀ ਯਾਦ ਤੋਂ ਟੁੱਟ ਕੇ ਆਤਮਿਕ ਮੌਤ ਵਾਲਾ ਜੀਵਨ ਜਿਉਂਦਾ ਹੈ, ਫਿਰ ਪਰਮੇਸ਼ਰ ਦੀਆਂ ਬੜੀਆਂ ਰਹਿਮਤਾਂ ਜਿਹੜੀਆਂ ਉਹਦੇ ਆਲੇ ਦੁਆਲੇ ਵਾਪਰ ਰਹੀਆਂ ਹੁੰਦੀਆਂ ਨੇ ਉਹਨੂੰ ਮਹਿਸੂਸ ਹੀ ਨਹੀਂ ਹੁੰਦੀਆਂ।
ਜਾਂ ਜਿਹੜੇ ਗਿਆਨ ਦੇ ਵਰਤਾਰੇ ਉਹਦੇ ਆਲੇ ਦੁਆਲੇ ਪਰਮੇਸ਼ਵਰੀ ਹੁਕਮ ਕਰਕੇ ਚੱਲ ਰਹੇ ਹੁੰਦੇ ਹਨ, ਉਹਨੂੰ ਮਹਿਸੂਸ ਨਹੀਂ ਹੁੰਦੇ। ਜਿਵੇਂ ਆਤਮਿਕ ਤੌਰ 'ਤੇ ਮਰਿਆ ਬੰਦਾ ਕੀ ਹੁੰਦਾ ਹੈ, ਉਹਦੇ ਕੀ ਲੱਛਣ ਹੁੰਦੇ ਨੇ, ਉਹਨੂੰ ਮੌਤ ਜਿਹੜੀ ਹੈ ਉਹ ਕਾਂਬਾ ਨਹੀਂ ਛੇੜਦੀ। ਜਿਹੜਾ ਆਤਮਿਕ ਤੌਰ 'ਤੇ ਮਰਿਆ ਹੋਵੇ ਉਹਨੂੰ ਮੌਤ ਕਾਂਬਾ ਨਹੀਂ ਛੇੜਦੀ, ਉਹਨੂੰ ਕੀਰਤਨ ਦਾ ਗਹਿਰਾ ਰਸ ਨਹੀਂ ਮਹਿਸੂਸ ਹੁੰਦਾ, ਅਤੇ ਉਹਨੂੰ ਜਿਹੜਾ ਸਾਰਾ ਕੁਝ ਕੁਦਰਤ ਦੇ ਵਿੱਚ ਮਾਲਕ ਦਾ ਨੂਰ ਪਸਰਿਆ ਹੋਇਆ ਹੈ, ਇਹ ਮਾਲਕ ਦਾ ਨੂਰ ਨਹੀਂ ਨਜ਼ਰ ਆਉਂਦਾ, ਉਹਨੂੰ ਕੇਵਲ ਇੱਕ ਬਨਸਪਤੀ ਦੇ ਨੁਕਤੇ ਤੋਂ ਨਜ਼ਰ ਆਉਂਦਾ ਹੈ। ਤਾਂ ਗੁਰੂ ਸਾਹਿਬ ਜੀ ਕਹਿੰਦੇ ਇਸੇ ਕਰਕੇ ਮਰਣੰ ਬਿਸਰਣੰ ਗੋਬਿੰਦਹ, ਤਾਂ ਇਸੇ ਪ੍ਰਕਾਰ ਕਿ ਜੇ ਮਾਲਕ ਦੀ ਯਾਦ ਦਾ ਆਧਾਰ ਹੀ ਅੰਦਰੋਂ ਮਰ ਜਾਏ, ਫਿਰ ਬਾਹਰੋਂ ਭਾਵੇਂ ਜਿੰਨੇ ਮਰਜ਼ੀ ਮਨੋਰੰਜਨ ਦੇ ਵਸੀਲੇ ਬਣਾਉਂਦਾ ਫਿਰੇ, ਤਾਂ ਗੁਰੂ ਸਾਹਿਬ ਜੀ ਕਹਿੰਦੇ ਉਹ ਕੀ ਹੁੰਦਾ ਹੈ, ਉਹ ਪਰਮੇਸ਼ਰ ਦੀ ਯਾਦ ਵੱਲੋਂ ਮਰ ਚੁੱਕਾ ਹੈ, ਅਤੇ ਉਹ ਹੁਣ ਆਤਮਿਕ ਮੌਤ ਦਾ ਜੀਵਨ ਸੇੜ ਰਿਹਾ ਹੈ, ਅਤੇ ਆਤਮਿਕ ਮੌਤ ਦੇ ਜੀਵਨ ਨੂੰ ਉਹੀ ਉਹ ਜ਼ਿੰਦਗੀ ਕਹੀ ਜਾ ਰਿਹਾ ਹੈ। ਇਹ ਵੀ ਉਹਦੀ ਤਰਾਸਦੀ ਹੈ। ਜਿਵੇਂ ਮੈਂ ਕਿਸੇ ਪਿਛਲੇ ਸਮੇਂ 'ਚ ਨਾ ਕੁਝ ਸਟਰੈਸ ਉੱਪਰ ਪੜ੍ਹਨਾ ਚਾਹਿਆ, ਤਾਂ ਹੈਰਾਨਗੀ ਦੀ ਗੱਲ, ਜਿਨ੍ਹਾਂ ਨੇ ਮਾਨਸਿਕ ਤਣਾਵਾਂ ਦੇ ਉੱਪਰ ਵੱਡੇ ਵੱਡੇ ਥੀਸਿਸ ਲਿਖੇ, ਉਹ ਖੁਦ ਮਾਨਸਿਕ ਤਣਾਅ ਦੇ ਸ਼ਿਕਾਰ ਸਨ, ਭਾਵ ਕਿ ਆਪ ਲੰਬਾ ਟਰੀਟਮੈਂਟ ਲੈਂਦੇ ਸਨ। ਉਹਨਾਂ ਦੇ ਵਿੱਚ ਇੱਕ ਦੀ ਵਾਰਤਾ ਸੁਣਨ ਨੂੰ ਮਿਲੀ, ਤਾਂ ਉਹ ਕਿਤੇ ਮਾਨਸਿਕ ਤਣਾਅ ਦੇ ਉੱਪਰ ਲੈਕਚਰ ਦੇ ਰਿਹਾ ਸੀ। ਬੜਾ ਮਹਿੰਗਾ ਲੈਕਚਰ ਹੁੰਦਾ ਉਹਨਾਂ ਦਾ। ਜਿਵੇਂ ਉਦਾਹਰਨ ਦੇ ਤੌਰ 'ਤੇ ਤੁਸੀਂ ਜਿਹੜੀ ਕਿਨੂੰ ਮੈਂਟਲ ਕਾਉਂਸਲਿੰਗ ਕਰਨੀ ਹੁੰਦੀ ਹੈ ਨਾ, ਅਤੇ ਇਹਦੇ ਜਿਹੜੇ ਲੈਕਚਰ ਜੇ ਲੱਗਦੇ ਨੇ, ਤਾਂ ਉਹ ਕਾਫੀ ਮਹਿੰਗੇ ਹੁੰਦੇ ਨੇ, 10-12 ਹਜ਼ਾਰ ਰੁਪਈਏ ਦੀ ਬੈਠਕ ਹੁੰਦੀ ਇੱਕ ਅੱਧੀ। ਤਾਂ ਉਹ ਕੀ ਹੋਇਆ ਕਿ ਉੱਥੇ ਕਿਸੇ ਨੇ ਲੈਕਚਰ ਦਿੱਤਾ, ਤਾਂ ਜਦੋਂ ਸੁਣਿਆ ਉਹਨੇ ਕਿਹਾ ਜੀ ਤੁਹਾਡੇ ਲੈਕਚਰ ਨਾਲ ਤਾਂ ਐਂ ਮਹਿਸੂਸ ਹੋਣ ਲੱਗ ਪਿਆ ਕਿ ਤੁਸੀਂ ਤਾਂ ਸਮਝੋ ਕਿ ਸਾਰੀ ਦੁਨੀਆ ਨੂੰ ਤਣਾਅ ਤੋਂ ਮੁਕਤ ਕਰ ਦਿਓਗੇ। ਮੈਂ ਤੁਹਾਡੇ ਨਾਲ 10 ਮਿੰਟ ਬੈਠ ਕੇ ਗੱਲਾਂ ਬਾਤਾਂ ਕਰਨੀਆਂ ਚਾਹੁੰਦਾ। ਉਹ ਜਦੋਂ ਗੱਲਾਂ ਬਾਤਾਂ ਕਰਨ ਲੱਗ ਪਿਆ ਉਹ ਇਨਸਾਨ, ਤਾਂ ਜਿੰਨੇ ਮਾਨਸਿਕ ਤਣਾਅ ਨੂੰ ਦੂਰ ਕਰਨ 'ਤੇ ਲੈਕਚਰ ਦਿੱਤਾ, ਔਰ ਇੰਨਾ ਪ੍ਰਭਾਵਸ਼ਾਲੀ ਲੈਕਚਰ ਦਿੱਤਾ, ਉਹ ਖੁਦ ਮਾਨਸਿਕ ਤਣਾਅ ਦੇ ਵਿੱਚ ਫਸਿਆ ਹੋਇਆ ਸੀ। ਤਾਂ ਇਸੇ ਪ੍ਰਕਾਰ ਕਿਉਂ ਇਕੱਲਾ ਗਿਆਨ ਵੀ ਸਾਡੇ ਜੀਵਨ ਦੀਆਂ ਅੰਦਰੂਨੀ ਸਮੱਸਿਆਵਾਂ ਨੂੰ ਹੱਲ ਕਰਨ ਦੇ ਵਿੱਚ ਸਾਜ਼ਗਾਰ ਨਹੀਂ ਹੈ। ਇਸ ਕਰਕੇ ਰੱਬੀ ਯਾਦਗਾਰ ਹੀ ਉਹਦੇ ਵਿੱਚ ਹੱਲ ਹੈ। ਤਾਂ ਗੁਰੂ ਸਾਹਿਬ ਜੀ ਕਹਿੰਦੇ ਮਰਣੰ ਬਿਸਰਣੰ ਗੋਬਿੰਦਹ, ਅਤੇ ਜੇ ਪਰਮੇਸ਼ਰ ਦੀ ਯਾਦ ਹਿਰਦੇ ਅੰਦਰ ਵਿਸ ਜਾਏ। ਇਸ ਕਰਕੇ ਭਾਈ ਨੰਦ ਲਾਲ ਜੀ ਨੇ ਕਿੱਡੇ ਵੱਡੇ ਵਾਕ ਕਹੇ ਨੇ ਕਿ ਕਹਿੰਦੇ ਇਸ ਨੀਲੇ ਆਕਾਸ਼ ਰਹਿਣ ਹੇਠ ਦਾ ਕੋਈ ਲਾਭ ਨਹੀਂ, ਅਤੇ ਜਿਹੜੀ ਯਾਦ ਨਹੀਂ। ਇਸ ਕਰਕੇ ਕਹਿੰਦੇ ਜ਼ਿੰਦਗੀ ਯਾਦ ਨਿਸਤ ਨਿਜ਼ਦ ਆਰਫਾਂ, ਕਿ ਜ਼ਿੰਦਗੀ ਉਹੀ ਕਹੀ ਜਾਣੀ ਚਾਹੀਦੀ ਹੈ ਜਿਹੜੀ ਤੇਰੀ ਯਾਦ ਵਿੱਚ ਗੁਜ਼ਰੇ, ਦੂਜੀ ਤਾਂ ਮਰਿਆ ਸਮਾਨ ਹੈ। ਤਾਂ ਗੁਰੂ ਸਾਹਿਬ ਜੀ ਇਸੇ ਪ੍ਰਕਾਰ ਕਹਿੰਦੇ ਮਰਣੰ ਬਿਸਰਣੰ ਗੋਬਿੰਦਹ। ਤਾਂ ਹੁਣ ਗੁਰੂ ਸਾਹਿਬਾਨਾਂ ਨੇ ਵੀ ਆਪਣੀ ਵੇਦਨਾ ਦੇ ਭਾਵ ਪ੍ਰਗਟ ਕੀਤੇ ਨੇ ਬਾਣੀ 'ਚ। ਇੱਕ ਘੜੀ ਨਾ ਮਿਲਤੇ ਤਾਂ ਕਲ ਜੁਗ ਹੋਤਾ, ਕਿ ਇੱਕ ਪਲ ਵੀ ਥੋੜ੍ਹਾ ਹਿਰਦੇ ਅੰਦਰੋਂ ਯਾਦ ਵਿਸਰਦੀ ਸੀ, ਲੱਗਦਾ ਸੀ ਕਿ ਕਲ ਯੁਗ ਵਾਪਰ ਗਿਆ। ਹੁਣ ਕਦ ਮਿਲੀ ਹੈ ਪ੍ਰੇ ਤੁਧ ਭਗਵੰਤਾ, ਬਹੁਤ ਜਨਮ ਬਿਛਰੇ ਥੇ ਮਾਧੋ, ਇਹ ਜਨਮ ਤੁਮਾਰੇ ਲੇਖੇ। ਇਸੇ ਕਰਕੇ ਮੋਕੋ ਤਾਰ ਲੈ ਰਾਮਾ ਤਾਰ ਲੈ, ਮੈਂ ਜਨ ਜਨ ਤਰਬੇ ਨਾ ਜਾਨੋ। ਕਿੰਨੀ ਵਾਰੀ ਭਗਤ ਸਾਹਿਬਾਨਾਂ ਨੇ ਜੋਦੜੀਆਂ, ਬੇਨਤੀਆਂ, ਅਰਦਾਸਾਂ ਕੀਤੀਆਂ ਨੇ ਕਿ ਤੇਰੀ ਯਾਦ ਬਣੀ ਰਹੇ, ਤੇਰੀ ਯਾਦ ਵਿੱਚ ਪਰਮ ਸੁੱਖ ਹੈ। ਤਾਂ ਗੁਰੂ ਸਾਹਿਬ ਜੀ ਕਹਿੰਦੇ ਹੁਣ ਯਾਦ ਵਿੱਚ ਪਰਮ ਸੁੱਖ ਕਿਵੇਂ ਹੈ। ਮੈਨੂੰ ਕੱਲ੍ਹ ਹੀ ਕਿਸੇ ਨੇ ਪ੍ਰਸ਼ਨ ਕਿਤੇ ਕੀਤਾ ਸੀ। ਤਾਂ ਕੁਦਰਤੀ ਆ ਸੈਨਿਕ ਵਰਤਾਰਾ ਜਿਹੜਾ ਜੰਗ ਯੁੱਧ ਦਾ ਵਾਪਰਿਆ, ਤਾਂ ਉਹਦੀ ਉਦਾਹਰਨ ਨਾਲ ਹੀ ਮੈਨੂੰ ਸਪਸ਼ਟ ਕੀਤਾ ਕਿ ਜੋ ਸੈਨਿਕ ਵਿਛੜ ਗਿਆ ਨੌਜਵਾਨ ਮੰਨ ਲਓ, ਤਾਂ ਉਹਦੀ ਮਾਤਾ ਉਹ ਕਿਹਦੇ ਆਧਾਰ 'ਤੇ ਜਿਉਂ ਰਹੀ ਹੈ? ਉਹਦਾ ਸਰੀਰਕ ਆਧਾਰ 'ਤੇ ਉਹਦੇ ਕੋਲ ਹੈ ਹੀ ਨਹੀਂ ਹੈ, ਉਹ ਤਾਂ ਖੁੱਸ ਗਿਆ, ਉਹ ਤਾਂ ਕਾਲ ਦੀ ਭੇਟ ਚੜ੍ਹ ਗਿਆ। ਹੁਣ ਉਹਦੇ ਕੋਲ ਉਹਦਾ ਨਕਸ਼ ਬਚਿਆ ਹੈ ਫੋਟੋ ਰੂਪ 'ਚ, ਉਹਦੀ ਯਾਦ ਦੇ ਅਹਿਸਾਸ ਬਚੇ ਨੇ, ਅਤੇ ਉਹਨੇ ਆਪਣੀ ਆਤਮ ਅੰਦਰ ਉਹਨਾਂ ਨੂੰ ਸੁਜਿੰਦ ਕਰਨਾ ਸ਼ੁਰੂ ਕਰ ਦਿੱਤਾ ਹੈ। ਭਾਵ ਕਿ ਉਹ ਉਹਦੀ ਮੌਤ ਦੇ ਸੰਕਟ ਸਾਹਮਣੇ ਉਹਦੇ ਬਚਪਨ ਦੀਆਂ ਯਾਦਾਂ ਦਾ ਆਧਾਰ ਆਪਣੇ ਅੰਦਰ ਤਾਜ਼ਾ ਕਰਨਾ ਸ਼ੁਰੂ ਕਰ ਦਿੱਤਾ, ਅਤੇ ਉਹ ਉਹਦੀ ਜ਼ਿੰਦਗੀ ਦਾ ਧਰਵਾਸ ਬਣ ਰਿਹਾ ਹੈ। ਇਸ ਕਰਕੇ ਯਾਦ ਹੀ ਵੱਡਾ ਧਰਵਾਸ ਹੁੰਦੀ ਹੈ। ਤਾਂ ਗੁਰੂ ਸਾਹਿਬ ਜੀ ਕਹਿੰਦੇ ਅਕਾਲ ਪੁਰਖ ਦੀ ਸਾਰੀ ਬਖਸ਼ਿਸ਼ ਵੀ ਉਹਦੀ ਯਾਦ ਵਿੱਚ ਹੀ ਸਮਾਈ ਹੋਈ ਹੈ। ਇਸੇ ਕਰਕੇ ਗੁਰਬਾਣੀ 'ਚ ਨਾ ਪ੍ਰਭ ਕਾ ਸਿਮਰਨ ਸਭ ਤੇ ਉੱਚਾ, ਕਿ ਰਾਮ ਨਾਲੋਂ ਵੱਡਾ ਰਾਮ ਦਾ ਨਾਮ ਉਹਦੀ ਯਾਦ। ਤਾਂ ਗੁਰੂ ਸਾਹਿਬ ਜੀ ਕਹਿੰਦੇ ਮਰਣੰ ਬਿਸਰਣੰ ਗੋਬਿੰਦਹ, ਜਦੋਂ ਉਹਦੀ ਆਤਮਿਕ ਤੌਰ 'ਤੇ ਯਾਦ ਵਿਸਰ ਜਾਏ, ਉਹਦਾ ਖਿਆਲ ਵਿਸਰ ਜਾਏ, ਤਾਂ ਗੁਰੂ ਸਾਹਿਬ ਜੀ ਕਹਿੰਦੇ ਜੀਵਨ ਮਰਿਆ ਸਮਾਨ ਗਿਣੋ, ਜੀਵਨੰ ਹਰਿ ਨਾਮ ਧਿਆਵਣ, ਅਤੇ ਜੀਵਨ ਜੀਵਿਆ। ਇਸ ਕਰਕੇ ਗੁਰਬਾਣੀ ਵਿੱਚ ਗੁਰਵਾਕ ਆਉਂਦੇ ਹਨ, ਸੋ ਜੀਵਿਆ ਜਿਸ ਮਨ ਵਸਿਆ, ਸੋਏ ਨਾਨਕ ਅਵਰ ਨ ਜੀਵੈ ਕੋਇ, ਜੇ ਜੀਵੈ ਪਤ ਲੱਥੀ ਜਾਏ, ਸਭ ਹਰਾਮ ਜੇਤਾ ਕਿਛ ਖਾਏ। ਤਾਂ ਗੁਰੂ ਸਾਹਿਬ ਜੀ ਕਹਿੰਦੇ ਜੀਵਨੰ ਹਰਿ ਨਾਮ ਧਿਆਵਣ, ਜੀਵਨ ਉਹੀ ਜੀਵਿਆ ਕਿਹਾ ਜਾ ਸਕਦਾ ਹੈ ਜਿਹੜਾ ਪਰਮੇਸ਼ਰ ਦੀ ਨਾਮ ਆਰਾਧਨ ਕਰਦਿਆਂ ਬਤੀਤ ਹੋਵੇ। ਅਤੇ ਜੇ ਦੂਜੇ ਪੱਧਰ 'ਤੇ ਜਿਉਣਾ ਹੈ ਉਹ ਤਾਂ ਫਿਰ ਪਸ਼ੂ ਤਲ ਦਾ ਜੀਵਨ ਹੈ। ਤਾਂ ਗੁਰੂ ਸਾਹਿਬ ਜੀ ਕਹਿੰਦੇ ਲਵਣੰ ਸਾਧ ਸੰਗੇਣ
ਨਾਨਕ ਹਰ ਪੂਰਬ ਲਿਖਣ। ਤੇ ਇਹ ਜਿਹੜਾ ਅਧਿਆਤਮਕ ਅਰਥਾਂ ਦੇ ਵਿੱਚ ਪੁਰਾਣਾ ਤੋਂ ਉਚੇਰਾ ਜੀਵਨ ਹੈ, ਗੁਰੂ ਦੀ ਯਾਦ ਵਾਲਾ ਉਚੇਰਾ ਜੀਵਨ ਹੈ, ਤਾਂ ਗੁਰੂ ਸਾਹਿਬ ਜੀ ਕਹਿੰਦੇ ਨਾਨਕ ਹਰ ਪੂਰਬ ਲਿਖਣ। ਤਾਂ ਇਹ ਬੜੇ ਉੱਤਮ ਭਾਗਾਂ ਦੇ ਨਾਲ ਐਸਾ ਜੀਵਨ ਪ੍ਰਾਪਤ ਹੁੰਦਾ ਹੈ। ਤੇ ਉਹਨਾਂ ਨੂੰ ਜਿਨ੍ਹਾਂ ਦੇ ਕਰਮ ਵਿੱਚ ਕੋਈ ਪੂਰਬਲਾ ਮਿਹਰ ਭਰਿਆ ਕਰਮ ਲਿਖਿਆ ਜਾਵੇ, ਉਹ ਇਸ ਜੀਵਨ ਦੇ ਆਧਾਰ ਨੂੰ ਭਾਲਦੇ ਨੇ। ਨਹੀਂ ਤੇ ਦੁਨਿਆਵੀ ਜਾਂ ਪਦਾਰਥਕ ਤਲਾਂ 'ਤੇ ਜਿਉਂਦਾ ਹੋਇਆ ਜੀਵਨ ਹੀ ਬੰਦਾ ਉਚੇਰਾ ਜੀਵਨ ਮੰਨੀ ਜਾਂਦਾ ਹੈ। ਇਸ ਪ੍ਰਕਾਰ ਧੰਨ ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਜੀ ਅੱਜ ਦੇ ਪਾਵਨ ਸਲੋਕਾਂ ਦੁਆਰਾ ਬਖਸ਼ਿਸ਼ ਕਰਦੇ ਹਨ। 3 ਸਲੋਕਾਂ ਦੁਆਰਾ ਗੁਰੂ ਸਾਹਿਬ ਜੀ ਨੇ ਵਿਆਖਿਆ ਦੀ ਬਖਸ਼ਿਸ਼ ਕੀਤੀ ਹੈ ਕਿ ਅਕਾਲ ਪੁਰਖ ਸਭ ਤੋਂ ਸ਼੍ਰੇਸ਼ਟ ਤੇ ਨਿਰਸਵਾਰਥ ਵਿਆਪਕ ਤੇ ਹਰ ਦਾ ਮੰਗ ਸੰਗ ਰਹਿਣ ਵਾਲਾ ਮਿੱਤਰ ਹੈ। ਜੇ ਉਹਦਾ ਆਸਰਾ ਮਨੁੱਖ ਗ੍ਰਹਿਣ ਕਰ ਲਵੇ ਤਾਂ ਕਦੀ ਜ਼ਿੰਦਗੀ ਦੇ ਵਿੱਚ ਕਿਸੇ ਆਸਰੇ ਦੀ ਅਣਹੋਂਦ ਕਰਕੇ ਘਬਰਾਏਗਾ ਜਾਂ ਨਿਰਾਸ਼ ਨਹੀਂ ਹੋਏਗਾ। ਦੂਜੇ ਸ਼ਲੋਕ ਵਿੱਚ ਕਿ ਜਿਵੇਂ ਇੱਕ ਕੁਲ ਦੇ ਵਿੱਚ ਚੰਗਾ ਪੁੱਤਰ ਪੈਦਾ ਹੋਣ ਨਾਲ ਸਾਰੀ ਕੁਲ ਦੀ ਨਿੰਦਿਆ ਖਤਮ ਹੋ ਜਾਂਦੀ ਹੈ, ਇਸੇ ਪ੍ਰਕਾਰ ਜੇ ਜੀਵ ਦੇ ਹਿਰਦੇ ਅੰਦਰ ਗੁਰ ਸ਼ਬਦ ਦਾ, ਗੁਰ ਮੰਤਰ ਦਾ ਅਭਿਆਸ ਪੈਦਾ ਹੋ ਜਾਏ ਤਾਂ ਜਨਮਾਂ ਜਨਮਾਂਤਰਾਂ ਦੀ ਮੈਲ ਹਰੀ ਜਾਂਦੀ ਹੈ। ਤਾਂ ਇਸੇ ਪ੍ਰਕਾਰ ਜ਼ਿੰਦਗੀ ਉਹੀ ਹੈ ਜਿਹੜੀ ਮਾਲਕ ਦੀ ਯਾਦ ਵਿੱਚ ਗੁਜ਼ਾਰੀ ਜਾਵੇ। ਦੁਨਿਆਵੀ ਰਸਾਂ ਕਸਾਂ ਜਾਂ ਸੰਬੰਧਾਂ ਦੇ ਵਿੱਚ ਜੀਵਨ ਗੁਜ਼ਾਰਨ ਨੂੰ ਜ਼ਿੰਦਗੀ ਨਹੀਂ ਆਖਦੇ। ਗੁਰੂ ਕੇ ਦ੍ਰਿਸ਼ਟੀਕੋਣ ਅਨੁਸਾਰ ਸਤਿਗੁਰੂ ਗੁਰੂ ਅਰਜਨ ਸਾਹਿਬ ਦੀ ਕਿਰਪਾ ਕਰਨ ਪਾਵਨ ਸ਼ਬਦ ਦਾ ਭਾਵ ਉਪਦੇਸ਼, ਪਾਵਨ ਸ਼ਲੋਕਾਂ ਦਾ ਭਾਵ ਉਪਦੇਸ਼ ਸਾਡੇ ਸਾਰਿਆਂ ਦੇ ਹਿਰਦੇ ਅੰਦਰ ਵਸ ਜਾਏ ਜੀ। ਸਾਡਾ ਸਾਰਿਆਂ ਦਾ ਇੱਥੇ ਆਇਆ ਸਫਲਾ ਹੋਵੇ ਜੀ। ਪਾਵਨ ਲੜੀਵਾਰ ਬਾਣੀ ਦੀ ਵਿਆਖਿਆ ਦੀ ਆਪ ਜੀ ਦੇ ਨਾਲ ਸਾਂਝ ਪਾਉਂਦਿਆਂ ਵਿਆਖਿਆ ਦਾ ਯਤਨ ਆਪ ਦੇ ਸਨਮੁਖ ਰੱਖਦਿਆਂ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਜਾਚਨਾ ਜੀ। ਬੜੇ ਅਦਬ ਸਹਿਤ ਗੱਜ ਕੇ ਫਤਿਹ ਅਰਜ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ